क्या पंजाब एक पुलिस स्टेट बनता जा रहा है? ਕਿ ਸਾਨੂੰ ਆਪਣੇ ਹੀ ਵਸਨੀਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੰਦੂਕੜੀਆਂ ਕੱਢਣੀਆਂ ਪੈ ਰਹੀਆਂ ਨੇ ਕਿਉਂਕਿ ਇਸ ਮੈਸ ਲੈਵਲ ਦੇ ਉੱਤੇ ਲੋਕ ਇੰਨੇ ਖਰਾਬ ਨੇ ਪੰਜਾਬ ਦੇ 23 ਲੱਖ ਰੁਪਏ ਦੀ ਲੁੱਟ ਹੋ ਜਾਂਦੀ ਹੈ ਲਾਡੋਵਾਲ ਜਿਹੜਾ ਟੋਲ ਬੈਰੀਅਰ ਹੈਗਾ ਸੋ 23 ਲੱਖ ਰੁਪਏ ਦੀ ਲੁੱਟ ਹੋ ਰਹੀ ਹੈ ਤੇ ਅਗਲੇ ਦਿਨ ਕੋਰਡਨ ਐਂਡ ਸਰਚ ਆਪਰੇਸ਼ਨ ਹੁੰਦੇ ਨੇ ਡਿਫਰੈਂਟ ਜ਼ਿਲ੍ਹਿਆਂ ਦੇ ਵਿੱਚ ਜੇ ਇੰਨਾ ਹੀ ਪੰਜਾਬ ਪੁਲਿਸ ਦਾ ਦਾਅਵਾ ਜਾਂ ਪੰਜਾਬ ਸਰਕਾਰ ਦਾ ਇਫੈਕਟਿਵ ਹੋਵੇ ਸਿਸਟਮ ਤਾਂ ਕੀ ਇਸ ਤਰੀਕੇ ਦੇ ਕ੍ਰਿਮੀਨਲਸ ਦੀ ਹਿੰਮਤ ਹੋਵੇ ਕਿ 23 ਲੱਖ ਰੁਪਏ ਟੋਲ ਪਲਾਜ਼ਾ ਤੋਂ ਅੱਜ ਵੀ ਲੁੱਟਣ ਦੀ ਕੈਪੈਸਿਟੀ ਰੱਖਦੇ ਨੇ ਨਸ਼ਾ ਵੀ ਉਹੀ ਲੋਕ ਵਿਕਵਾ ਰਹੇ ਨੇ ਨਸ਼ਾ ਖੁਦ ਕਰ ਰਹੇ ਨੇ ਪੁਲਿਸ ਦੇ ਅਫਸਰਾਂ ਦੇ ਵਿੱਚ ਬਹੁਤ ਅਜਿਹੇ ਕੇਸਿਸ ਸਾਡੇ ਸਾਹਮਣੇ ਆਉਂਦੇ ਨੇ ਸੋ ਪਰਵਿੰਦਰ ਝੋਟਾ ਇਜ਼ ਅ ਵਿਸਲ ਬਲੋਅਰ ਤੇ ਉਹ ਮਾਨਸਾ ਪੁਲਿਸ ਦੇ ਨਾਲ ਉਹਦਾ 36 ਦਾ ਅੰਕੜਾ ਹੋ ਗਿਆ ਪੂਰਾ ਸ਼ਹਿਰ ਉਸ ਬੰਦੇ ਦੇ ਸੋਸ਼ਲ ਐਕਟਿਵਿਸਟ ਹੈ ਬਟ ਹੀ ਹੈਡ ਅ ਕ੍ਰਿਮੀਨਲ ਬੈਕਗਰਾਉਂਡ 5 7 ਉਹਦੇ ਖਿਲਾਫ ਵੀ ਮੁਕੱਦਮੇ ਸੀ ਬਟ ਆਫ ਕੋਰਸ ਅਗਲਾ ਸਿਸਟਮ ਦੇ ਵਿੱਚ ਕੁਝ ਬਦਲਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਸਰਪ੍ਰਾਈਜ਼ ਕਿ ਪੰਜਾਬ ਦੇ ਵਿੱਚ ਇਸ ਵਕਤ 13 DGP ਰੈਂਕ ਦੇ ਉੱਤੇ ਆਫੀਸਰਸ ਨੇ ਐਂਡ ਨਨ ਆਫ them is a regular DGP ਕੈਨ ਯੂ ਇਮੈਜਿਨ ਅ ਸਟੇਟ ਵਿਦਆਊਟ ਅ DGP ਬਾਰਡਰ ਸਟੇਟ ਵਿਦਆਊਟ ਅ DGP ਕਿੱਡੀ ਵੱਡੀ ਗੱਲ ਹੈ ਤੁਸੀਂ ਲੜਾਈਆਂ ਬਸ ਇਹਨਾਂ ਚੀਜ਼ਾਂ ਦੀਆਂ ਲੜਾਈਆਂ ਲੜੋ ਤੁਸੀਂ ਗੁਰਬਾਣੀ ਦੇ ਪ੍ਰਸਾਰਨ ਦੀ ਲੜਾਈ ਲੜ ਲਓ ਤੁਸੀਂ ਕਹੋ ਜੀ DGP ਅਸੀਂ ਲਾਣਾ ਹੈ ਅਸੀਂ ਵਾਈਸ ਚਾਂਸਲਰ ਆਪਣੇ ਲਾਣੇ ਨੇ ਇਹ ਕੋਈ ਲੜਾਈਆਂ ਲੜਨ ਵਾਲੀਆਂ ਹੈਗੀਆਂ ਨੇ ਸੋ ਲੇਕਿਨ ਉਹਦੇ ਲਈ ਐਡੀ ਵੱਡੀ ਦਿਖਾਵੀ ਐਡੀ ਵੱਡੀ ਮੋਬਿਲਾਈਜੇਸ਼ਨ ਦੀ ਲੋੜ ਨਹੀਂ ਵੈਨ ਯੂ ਆਰ ਇਫੈਕਟਿਵ ਤਾਂ ਤੁਹਾਡੇ 4 ਬੰਦਿਆਂ ਨੇ ਸਿਵਲ ਵਰਦੀਆਂ ਜਾ ਕੇ ਨਸ਼ੇ ਦੇ ਤਸਕਰ ਚੱਕ ਲਿਆਣੇ ਆ ਦੈਟ ਇਜ਼ ਵਾਟ ਪੁਲਿਸਿੰਗ ਇਜ਼ ਆਲ ਅਬਾਊਟ ਦੇਖੋ ਪੰਜਾਬ ਦੇ ਵਿੱਚ ਪਿਛਲੇ 12-15 ਸਾਲਾਂ ਤੋਂ ਸਿਰਫ ਨਸ਼ਾ ਉੜਤਾ ਪੰਜਾਬ ਬਣਾਤਾ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਪੰਜਾਬ ਨੂੰ ਬਦਨਾਮ ਕਰਤਾ ਗਿਆ ਜਾਂ ਪੰਜਾਬ ਬਦਨਾਮ ਹੋ ਗਿਆ लेकिन थानू फिर भी सेंटर दी एक एजेंसी नारकोटिक कंट्रोल ब्यूरो का दफ्तर खोलना पाया। नमस्कार, आदाब, सत श्री अकाल। आज इस प्रोग्राम में एक बार फिर से मैं मणिमुख शर्मा आप सबका इस्तकबाल करता हूँ। आज हम बात करेंगे पंजाब में जो पुलिस हरकत में आ गई है। पिछले 2 दिनों में कॉर्डन एंड सर्च ऑपरेशंस हुए हैं। पंजाब पुलिस की जानिब से बताया गया है कि कल का जो फरीदकोट रेंज में हुआ था ये ऑपरेशन, कैसो ऑपरेशन बोलते हैं इसको, इसमें 1100 से ज़्यादा पुलिसकर्मियों ने हिस्सा लिया। 79 लोग अरेस्ट हो गए हैं। कुछ ड्रग सीजर्स भी हुए हैं, हालांकि उसकी तादाद बहुत कम है। लेकिन जिस तरह से लोगों के घरों में घुस के छापे मारे गए हैं, तकिए वगैरह हटाए गए हैं, संदूकें खोली गई हैं जिसमें पुलिस के जो है बड़े आला अफसर भी जिसमें मौजूद रहे हैं, इससे ये सवाल ज़रूर पैदा हो रहा है हमारे जहन में कि क्या पंजाब धीरे धीरे, हालांकि एक सरहदी रियासत है, लेकिन क्या धीरे धीरे वो एक पुलिस स्टेट बनता जा रहा है। इस बारे में तफसील से बात करने के लिए, इसकी बारीकियों से आपको आगाह करने के लिए एक बार फिर से मेरे साथ जुड़े हैं मेरे सहयोगी रितेश लखी साहब। रितेश जी, आपका बहुत बहुत स्वागत है। थैंक यू, बहुत बहुत धन्यवाद मनी जी। क्या मेरा ये सवाल सही है कि क्या पंजाब एक पुलिस स्टेट बनता जा रहा है? सवाल तो तुहाडा बड़ा रेलेवेंट है तो ये सवाल होना चाहिए। अज इंसीडेंटली पंजाब से कोई सवाल पूछ नहीं रहा कि एक पुलिस स्टेट बन चुका है। देखो, पंजाब एक बॉर्डर स्टेट है तो बॉर्डर स्टेट सरहदी सूबा एक कह के ये जिक्र कर करके हर किस्म का नैरेटिव इत्थे पैडल कर लिया जाता है। सो समय ਦੀਆਂ हुकूमतां ਜਿਹੜੀਆਂ ਹੈਗੀਆਂ ਚਾਹੇ ਕੇਂਦਰ ਸਰਕਾਰ ਹੈ ਉਹ ਹਮੇਸ਼ਾ ਕਹਿ ਦਿੰਦੀ ਹੈ ਕਿ ਜੀ ਬਾਰਡਰ ਇਲਾਕਾ ਹੈ ਸੋ ਸਰਹੱਦੀ ਇਲਾਕਾ ਹੋਣ ਦੇ ਕਾਰਨ ਪੰਜਾਬ ਦਾ ਰਾਜਪਾਲ ਵੀ ਜੀ ਆਪਣੇ ਪੱਧਰ ਉੱਤੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਚਲਾ ਜਾਂਦਾ ਹੈ। ਪਿਛਲੇ 1 ਸਾਲ ਦੇ ਵਿੱਚ ਜਿਹੜੇ ਗਵਰਨਰ ਨੇ ਜਿਨ੍ਹਾਂ ਦਾ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ 36 ਦਾ ਅੰਕੜਾ ਚੱਲ ਰਿਹਾ ਕਈ ਚੀਜ਼ਾਂ ਨੂੰ ਲੈ ਕੇ ਸ਼ੁਰੂਆਤ ਇੱਥੇ ਹੀ ਹੁੰਦੀ ਹੈ ਕਿ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਗਵਰਨਰ ਵਿਜ਼ਿਟ ਕਰ ਰਹੇ ਨੇ। ਸੋ ਦੁਹਾਈ ਇਹੀ ਹੈ ਜੀ ਕਿ ਸਰਹੱਦੀ ਬਾਰਡਰ ਏਰੀਆ ਹੈ, ਬਾਰਡਰ ਸਟੇਟ ਹੈ। ਸੋ ਬਾਰਡਰ ਸਟੇਟ ਕਰਕੇ ਹੁਣ ਤੁਸੀਂ ਦੇਖੋ ਵੀ ਆਪ ਜਿੰਨੇ ਪਿੱਛੇ ਤਸਵੀਰਾਂ ਚੱਲ ਰਹੀਆਂ ਨੇ, ਹਾਲਾਂਕਿ ਦੇਖੋ ਪੁਲਿਸ ਦਾ ਕੰਮ ਹੈ ਇਸ ਤਰੀਕੇ ਦੇ ਆਪਰੇਸ਼ਨ ਯੂਜੂਅਲੀ ਪੰਜਾਬ ਵਿੱਚ ਹੁੰਦੇ ਨਹੀਂ ਸੀ। ਪਿਛਲੇ 1 ਸਾਲ ਤੋਂ ਕੋਰਡਨ ਐਂਡ ਸਰਚ ਆਪਰੇਸ਼ਨ ਇਹ ਪੰਜਾਬ ਪੁਲਿਸ ਦਾ ਇੱਕ ਰੂਟੀਨ ਸਰਵੇਲਾਂਸ ਸਿਸਟਮ ਹੈ। ਹਾਲਾਂਕਿ ਇਹਦੀ ਜਿਹੜੀ ਲੀਗੈਲਿਟੀ ਹੈ ਉਸ ਉੱਤੇ ਵੀ ਕਈ ਵਾਰ ਸਵਾਲ ਜ਼ਰੂਰ ਉੱਠਦੇ ਨੇ ਕਿਉਂਕਿ ਵਿਸ਼ੇਸ਼ ਅਭਿਆਨ ਦੇ ਰੂਪ ਵਿੱਚ ਇਹ ਚੀਜ਼ ਜਸਟੀਫਾਈ ਕੀਤੀ ਜਾ ਸਕਦੀ ਹੈ। ਲੇਕਿਨ ਆਪਾਂ ਨਾਰਮਲੀ ਜੇ ਸਾਡੇ ਘਰੇ ਕੋਈ ਤਲਾਸ਼ੀ ਲੈਣ ਆਏਗਾ ਅਸੀਂ ਉਸ ਤੋਂ ਪੁੱਛਾਂਗੇ ਵੀ ਤੁਸੀਂ ਆਪਣਾ ਵਾਰੰਟ ਦਿਖਾਈਏ, ਤੁਹਾਡੇ ਕੋਲ ਕੋਈ ਸਰਚ ਵਾਰੰਟ ਹੈ ਤੁਹਾਡੇ ਕੋਲ। ਸੋ ਇੱਕ ਵਿਸ਼ੇਸ਼ ਅਭਿਆਨ ਦੇ ਤਹਿਤ ਪੰਜਾਬ ਪੁਲਿਸ ਇਸ ਨੂੰ ਕਰ ਰਹੀ ਹੈ ਤੇ ਘਰਾਂ ਦੇ ਵਿੱਚ ਜਾ ਕੇ ਜਿੱਥੇ ਇਹਨਾਂ ਨੂੰ ਪੂਰੇ ਸਮੁੱਚੇ ਲਾ ਕੇ ਕੰਪਰੀਹੈਂਸਿਵ ਲੈਵਲ ਤੇ ਕੌਂਬਿੰਗ ਕੀਤੀ ਜਾਂਦੀ ਹੈ, ਸਰਚ ਕੀਤੀ ਜਾਂਦੀ ਹੈ, ਉਹਦੇ ਵਿੱਚ ਕੁਝ ਰਿਕਵਰੀਜ਼ ਵੀ ਹੁੰਦੀਆਂ ਨੇ। ਲੇਕਿਨ ਕੰਪੇਅਰ ਟੂ ਜਿਸ ਸਕੇਲ ਦੇ ਉੱਤੇ ਆਪਰੇਸ਼ਨਸ ਹੋ ਰਹੇ ਨੇ ਐਂਡ ਜੇ ਤੁਸੀਂ ਰਿਕਵਰੀਜ਼ ਕਰ ਰਹੇ ਹੋ I think it's more of a photo op and it's more of an exercise ਜਿਹਦੇ ਵਿੱਚ ਕਿ ਤੁਸੀਂ ਲੋਕਾਂ ਦੇ ਵਿੱਚ ਜਾਂ ਤਾਂ ਕੌਨਫੀਡੈਂਸ ਭਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਈ ਡੋਂਟ ਨੋ ਕਿੰਨਾ ਕੌਨਫੀਡੈਂਸ ਭਰਿਆ ਜਾ ਰਿਹਾ ਹੈ, ਲੇਕਿਨ ਉਸ ਦੇ ਇੱਕ ਫਲਿੱਪ ਸਾਈਡ ਵੀ ਹੈ ਕਿ ਆਪਾਂ ਇੱਕ ਅਜਿਹੀਆਂ ਤਸਵੀਰਾਂ ਦੇ ਜ਼ਰੀਏ ਲੋਕਾਂ ਦੇ ਵਿੱਚ ਕਈ ਵਾਰ ਇੱਕ ਸਹਿਮ ਵੀ ਪੈਦਾ ਹੁੰਦਾ ਹੈ। ਆਪਾਂ ਇੱਕ ਸੁਸਾਇਟੀ ਦੇ ਵਿੱਚ ਪੁਲਿਸ ਦੀ ਜਿਹੜੀ ਇਫੈਕਟਿਵਨੈਸ ਉਸਦੀ ਐਫੀਕੇਸੀ ਜ਼ਿਆਦਾ ਹੋਣੀ ਚਾਹੀਦੀ ਹੈ, ਉਹਦੀ ਵਿਜ਼ਿਬਿਲਿਟੀ ਘੱਟ ਹੋਵੇ। ਲੇਕਿਨ ਇੱਥੇ ਪਿਛਲੇ 1 ਸਾਲ ਤੋਂ ਮੈਨੂੰ ਲੱਗਦਾ ਕਿ ਜਿਹੜਾ ਕੈਜ਼ੋ ਆਪਰੇਸ਼ਨ ਜਾਂ ਇਸ ਤਰੀਕੇ ਦੇ ਅਭਿਆਨ ਚਲਾਏ ਗਏ ਨੇ ਇਹਨਾਂ ਦੇ ਵਿੱਚ
ਕੋਸ਼ਿਸ਼ ਹੈ ਕਿ ਸਾਡੀ ਵਿਜ਼ਿਬਿਲਿਟੀ ਜ਼ਿਆਦਾ ਰਹੇ। ਹੁਣ ਉਹ ਵਿਜ਼ਿਬਿਲਿਟੀ ਤੁਸੀਂ ਕਿਸ ਨੂੰ ਦਿਖਾਉਣਾ ਚਾਹ ਰਹੇ ਹੋ, ਕਿ ਉਸਦੇ ਟੈਂਜੀਬਲ ਜਿਹੜੇ ਨਤੀਜੇ ਨੇ, ਰਿਜ਼ਲਟਸ ਕੀ ਨੇ, ਉਹਦੀ ਪ੍ਰਪੋਰਸ਼ਨ ਨਹੀਂ ਹੈ। ਬਹੁਤ ਵੱਡੇ ਵੱਡੇ ਬਿਆਨ ਚਲਾਏ ਜਾਂਦੇ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿ ਪੰਜਾਬ ਪੁਲਿਸ ਦੇ ਸੀਨੀਅਰ ਮੋਸਟ ਆਫਿਸਰ, ਹੁਣ ਆਹ ਤਸਵੀਰ ਚੱਲ ਰਹੀ ਪਿੱਛੇ IG ਜਿਹੜੇ ਹੈਗੇ ਨੇ ਪੱਧਰ ਦੇ ਅਧਿਕਾਰੀ, ADGP ਨਜ਼ਰ ਆ ਰਹੇ ਹੈਗੇ ਨੇ, ਹੀ ਇਜ਼ ਐਨ ADGP। ਸੋ ਉਸ ਲੈਵਲ ਦੇ ਅਧਿਕਾਰੀ ਜੇ ਖੁਦ ਉਤਰ ਰਹੇ ਨੇ, ਇੱਕ ਤਾਂ ਗੱਲ ਚੰਗੀ ਹੈ, ਦੇਖੋ ਚੰਗਾ ਇਸ ਵਾਸਤੇ ਕਿ ਠੀਕ ਹੈ ਅਫਸਰ ਹਰਕਤਾਂ ਦੇ ਵਿੱਚ ਆਏ, ਲੇਕਿਨ ਉਹਦੀ ਐਫੀਕੇਸੀ ਕੀ ਹੈ, ਜ਼ਮੀਨੀ ਸਤਹੀ ਪੱਧਰ ਉੱਤੇ ਉਸ ਦਾ ਅਸਰ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਇਹ ਉਸ ਤੋਂ ਵੱਡਾ पॉइंट है। तो मैंने लगता कि उत्थे जिहड़े रिजल्ट्स उन्हें मैचिंग नहीं है। नहीं, वैसे ये लॉ एंड ऑर्डर तो एक ज़मीनी हकीकत वाली बात होती है, नहीं कि आपको ग्राउंड पे मेंटेन करना होता है, लेकिन जो जिस तरह से तस्वीरें आ रही हैं, जिस तरह से साउंड बाइट्स किए जा रहे हैं, वीडियोस भी हमने देखे, इससे तो ऐसा लग रहा है कि पुलिसिंग भी अब एक परफॉर्मेटिव चीज़ बन गई है कि इसको दिखाने के लिए किया जा रहा है। फोटोज़ भाई काम किया नहीं किया, सीजर्स भी बहुत ज़्यादा नहीं हुए हैं, वो ड्रग्स का मैंने देखा कुछ 128 ग्राम या ऐसा ही कुछ है। हाँ, तो इससे क्या आपको लगता है कि पब्लिक का कॉन्फिडेंस बढ़ता है कि मतलब एक हमेशा एक आर्गुमेंट दिया जाता है कि भाई पुलिस का दिखना भी बहुत ज़रूरी है कि लोगों को लगे कि भाई यहाँ पे सरकार है, लेकिन सरकार जो आपके घरों में घुस रही है, आपके खाने के डिब्बे खोल के देख रही है कि भाई आपने क्या छुपा के रखा है, इससे आम आदमी का क्या कॉन्फिडेंस बढ़ता है पुलिस पे या स्टेट पे, या उल्टा जो है वो खौफ में आ जाता है और फिर और भी ज़्यादा चीज़ें हो सकती हैं जो पुलिस के शायद नज़रों से परे हों? ਮੈਨੂੰ ਲੱਗਦਾ ਕਿ ਇੱਕ ਸ਼ੋਧ ਦਾ ਵਿਸ਼ਾ ਹੈ, ਇਟ ਨੀਡਸ ਟੂ ਬੀ ਫਰਦਰ ਰਿਸਰਚਡ ਕਿ ਇਹਦੇ ਅਸਰ ਕੀ ਜਾਂਦੇ ਨੇ। ਹਾਲਾਂਕਿ ਪੁਲਿਸ ਨੂੰ ਨਹੀਂ ਲੱਗਦਾ ਹੋਏਗਾ। ਆਈ ਥਿੰਕ ਇਟ ਇਜ਼ ਅ ਟੌਪ ਬਾਟਮ ਅਪਰੋਚ, ਟੌਪ ਡਾਊਨਵਰਡਸ ਉੱਤੇ ਕੋਈ ਇੱਕ ਡਿਵਾਈਨ ਵਿਜ਼ਡਮ ਦਿੱਤਾ, ਪਾਸ ਔਨ ਕੀਤਾ। ਤੁਸੀਂ ਵਰਡ ਯੂਜ਼ ਕੀਤਾ ਪਰਫਾਰਮੇਟਿਵ ਪੁਲਿਸ ਦਾ। ਪੁਲਿਸ ਦਾ ਪਰਫਾਰਮੇਟਿਵ ਤਾਂ ਰੋਲ ਜ਼ਰੂਰ ਹੋਣਾ ਚਾਹੀਦਾ ਹੈ, ਲੇਕਿਨ ਐਗਜ਼ੀਬਿਸ਼ਨਿਜ਼ਮ ਉਸ 'ਚ ਘੱਟ ਹੋਣਾ ਚਾਹੀਦਾ ਹੈ। ਰਾਈਟ ਨਾਓ ਵਾਟ ਆਈ ਕੈਨ ਸੈਂਸ ਇਜ਼ ਇਟ ਇਜ਼ ਐਗਜ਼ੀਬਿਸ਼ਨਿਜ਼ਮ। ਜੇ ਐਗਜ਼ੀਬਿਸ਼ਨ ਦਾ ਮਤਲਬ ਤੁਸੀਂ ਐਗਜ਼ਿਬਿਟ ਕਰ ਰਹੇ ਹੋ, ਤੇ ਮੈਨੂੰ ਉਹ ਲੱਗਦਾ ਕਿ ਤੁਹਾਡੀ ਵਿਜ਼ਿਬਿਲਿਟੀ ਜਿੰਨੀ ਘੱਟ ਹੋਵੇ ਤੇ ਐਫੀਕੇਸੀ ਜ਼ਿਆਦਾ ਹੋਵੇ। ਬੜਾ ਸਿੰਪਲ ਇੱਕ ਫਾਰਮੈਟ ਰਹਿੰਦਾ, ਤੇ ਦੁਨੀਆ ਭਰ ਦੇ ਜਿਹੜੇ ਇੱਕ ਆਪਾਂ ਇਫੈਕਟਿਵ ਪੁਲਿਸ ਅਦਾਰੇ ਦੇਖਦੇ ਹਾਂ ਉਸ ਦੇ ਵਿੱਚ ਹੁਣ ਤੁਸੀਂ ਜਿਵੇਂ ਇਹ ਆਪਰੇਸ਼ਨਸ ਨੇ, ਠੀਕ ਹੈ, ਇਹਨਾਂ ਆਪਰੇਸ਼ਨਸ ਦੇ ਪਿੱਛੇ ਆਪਣੀ ਮੰਤਵ ਹੈਗੇ ਨੇ। ਪੰਜਾਬ ਦੇ DGP, ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਹੈਗੇ ਨੇ ਕਿ ਅਸੀਂ ਲੋਕਾਂ ਦੇ ਵਿੱਚ ਕੌਨਫੀਡੈਂਸ ਪੈਦਾ ਰੱਖੀਏ, ਤੇ ਈਵਨ ਉਹ ਲੋਕ ਜੋ ਕਿ ਘਰਾਂ ਦੇ ਵਿੱਚ ਗੈਰ ਸਮਾਜਿਕ ਤੱਤਵਾਂ ਦੀ ਯਾਨੀ ਕਿ ਅਨਸਰਾਂ ਦੀ ਮਦਦ ਕਰਦੇ ਨੇ, ਕਿਉਂਕਿ ਇਕੱਲੇ ਜਿਹੜੇ ਕ੍ਰਿਮੀਨਲਸ ਨੇ, ਆਰਗੇਨਾਈਜ਼ਡ ਕ੍ਰਾਈਮ, ਡਰੱਗ ਸਮਗਲਰ, ਪੈਡਲਰਸ, ਗੈਂਗਸਟਰਸ ਹੈਗੇ ਨੇ, ਇਹ ਬਿਨਾਂ ਕਿਸੇ ਇਕੋਸਿਸਟਮ ਤੋਂ ਸਰਵਾਈਵ ਨਹੀਂ ਕਰਦੇ। ਇਹਨਾਂ ਨੂੰ ਇੱਕ ਸਪੋਰਟ ਸਿਸਟਮ ਹੈ ਪਿੰਡਾਂ ਦੇ ਵਿੱਚ, ਉਹ ਥਾਂ ਤੇ ਉੱਤੇ ਹੈ। ਸੋ ਪੁਲਿਸ ਨੇ ਜਾ ਕੇ ਉੱਥੇ ਦਬਿਸ਼ ਕਰਨੀ ਹੈ, ਲੇਕਿਨ ਇਹ ਡੈਫਿਸਿਟ ਕਿਉਂ ਹੈ? ਮਤਲਬ ਮੇਰਾ ਪੁਆਇੰਟ ਇਹ ਹੈ ਕਿ ਇਹ ਕਮਿਊਨੀਕੇਸ਼ਨ ਗੈਪ ਜਾਂ ਲੈਕ ਆਫ ਕੌਨਫੀਡੈਂਸ, ਟਰਸਟ ਡੈਫਿਸਿਟ ਕਿਉਂ ਹੈ ਕਿ ਸਾਨੂੰ ਆਪਣੇ ਹੀ ਵਸਨੀਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੰਦੂਕੜੀਆਂ ਕੱਢਣੀਆਂ ਪੈ ਰਹੀਆਂ ਨੇ। ਕੀ ਇਸ ਮੈਸ ਲੈਵਲ ਦੇ ਉੱਤੇ ਲੋਕ ਇੰਨੇ ਖਰਾਬ ਨੇ ਪੰਜਾਬ ਦੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਐਨੀਬਡੀ ਕੈਨ ਬੀ ਹਾਰਬਰਿੰਗ ਡਰੱਗ ਐਡਿਕਟ ਔਰ ਨਾਟ ਅ ਡਰੱਗ ਐਡਿਕਟ ਬਟ ਅ ਪੈਡਲਰ ਔਰ ਡਰੱਗ ਸਮਗਲਰ। ਸੋ ਇਹ ਮੈਂ ਇਸ ਨੂੰ ਬੜਾ ਇੱਕ ਸੀਰੀਅਸ ਇਸ਼ੂ ਮੰਨਦਾ, ਕਿਉਂਕਿ ਮੈਨੂੰ ਲੱਗਦਾ ਸਰਕਾਰਾਂ ਲਈ ਇਟਸ ਮੋਰ ਆਫ ਐਨ ਐਗਜ਼ੀਬਿਸ਼ਨਿਜ਼ਮ। ਅਸੀਂ ਦੇਖਦੇ ਹਾਂ ਕਿ ਜੀ ਦੇ ਟਵਿੱਟਰ ਦੇ, ਟੈਲੀਗ੍ਰਾਮ ਦੇ ਉੱਤੇ ਫੋਟੋਆਂ ਦੀ ਫੋਟੋਆਂ, ਜਿਸ ਦਿਨ ਕੈਜ਼ੋ ਆਪਰੇਸ਼ਨ 1 ਸਾਲ ਤੋਂ ਚੱਲਦੇ ਪਏ ਨੇ, ਸ਼ਾਇਦ ਇਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੋਏਗਾ, ਬਟ ਇਹ ਆਪਰੇਸ਼ਨਸ ਦੇ ਵਿੱਚ ਇੱਕ ਪੂਰੀ ਦੀ ਪੂਰੀ ਮੋਬਿਲਾਈਜੇਸ਼ਨ ਦਿਖਾਈ ਜਾਂਦੀ ਹੈ। ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੀਨੀਅਰ ਅਧਿਕਾਰੀ ਕਮਰਿਆਂ 'ਚ ਬੈਠੇ ਆਪਣੇ AC ਦਫ਼ਤਰਾਂ 'ਤੇ ਬੈਠ ਕੇ ਫਾਈਲਾਂ 'ਚ ਨਹੀਂ ਮੱਥਾ ਮਾਰਦੇ ਪਏ, ਬਲਕਿ ਉਹ ਸੜਕ ਦੇ ਉੱਤੇ ਜ਼ਮੀਨੀ ਹਕੀਕਤ ਜਾਣਦੇ ਪਏ ਨੇ। ਮੈਨੂੰ ਲੱਗਦਾ ਠੀਕ ਹੈ, ਜੇ ਤੁਸੀਂ ਇਹ ਸਥਾਪਿਤ ਕਰਨਾ ਚਾਹੁੰਦੇ ਹੋ, ਚੰਗੀ ਗੱਲ ਵੀ ਹੈ। ਇੱਕ ਤਾਂ ਇਹਦਾ ਪਲੱਸ ਸਾਈਡ ਹੈ ਕਿ ਆਫਿਸਰਸ ਆਰ ਬੀਇੰਗ ਮੂਵਡ ਇਨਟੂ ਐਕਸ਼ਨ, ਸੋ ਦੈਟ ਇਜ਼ ਵਨ ਪਾਰਟ ਵਿਚ ਇਜ਼ ਅਚੀਵਡ, ਲੇਕਿਨ ਇਜ਼ ਇਟ ਇਫੈਕਟਿਵ? ਬਾਟਮ ਲਾਈਨ ਉੱਥੇ ਹੈ। ਹੁਣ ਤੁਸੀਂ ਵੇਖੋ ਵੀ ਕਿੰਨਾ ਕੁਝ ਹੋ ਰਿਹਾ ਇੱਥੇ, ਨਸ਼ੇ ਦੀ ਤਸਕਰੀ ਰੁਕ ਨਹੀਂ ਰਹੀ ਹੈ। देयर इज नो कोरिलेशन टू या तो ये चीज़ों ਨੂੰ ਰਿਲੇਟ ਕੀਤਾ ਜਾਏ। अभी तो डाका भी डाला गया है, किसी टोल प्लाजा में पैसे भी ले लिए गए। हाँ जी बिल्कुल, ਤੁਸੀਂ ਸਹੀ ਜ਼ਿਕਰ ਕੀਤਾ। 23 ਲੱਖ ਰੁਪਏ ਦੀ ਲੁੱਟ ਹੋ ਜਾਂਦੀ ਹੈ ਲਾਡੋਵਾਲ ਜਿਹੜਾ ਟੋਲ ਬੈਰੀਅਰ ਹੈਗਾ। ਸੋ 23 ਲੱਖ ਰੁਪਏ ਦੀ ਲੁੱਟ ਹੋ ਰਹੀ ਹੈ, ਤੇ ਅਗਲੇ ਦਿਨ ਕੋਆਰਡੀਨੇਟ ਸਰਚ ਆਪਰੇਸ਼ਨ ਹੁੰਦੇ ਨੇ ਡਿਫਰੈਂਟ ਜ਼ਿਲ੍ਹਿਆਂ ਦੇ ਵਿੱਚ। ਸੋ ਕਈ ਵਾਰ ਇਹ ਹੁੰਦਾ ਵੀ ਜਿਵੇਂ ਵੱਡੀਆਂ ਵਾਰਦਾਤਾਂ ਹੋਣੀਆਂ ਸ਼ੁਰੂ ਹੁੰਦੀਆਂ ਨੇ, ਜੋ ਮੈਨੂੰ ਲੱਗਦਾ ਇੱਕ ਰੁਝਾਨ ਜ਼ਰੂਰ ਹੋਏਗਾ ਕਿ ਜਿਵੇਂ ਇੱਕ ਦੋ ਵੱਡੇ ਇਨਸੀਡੈਂਟਸ ਹੁੰਦੇ ਨੇ ਤਾਂ ਨਾਲ ਦੇ ਨਾਲ ਕੈਜ਼ੋ ਆਪਰੇਸ਼ਨ ਸ਼ੁਰੂ ਹੋ ਜਾਂਦੇ ਨੇ। ਇਹ ਕੈਜ਼ੋ ਆਪਰੇਸ਼ਨ ਅਸੀਂ ਉਸ ਵਕਤ ਵੀ ਦੇਖੇ ਸੀ ਜਦੋਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਕੁਝ ਧਮਾਕੇ ਹੋਏ ਸੀ, ਲੋ ਇੰਟੈਂਸਿਟੀ ਬਲਾਸਟ ਟੁਕ ਪਲੇਸ। ਇਹ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਉਸ ਤੋਂ ਬਾਅਦ ਵੀ ਬੜੇ ਵੱਡੇ ਲੈਵਲ 'ਤੇ ਆਪਰੇਸ਼ਨ ਸ਼ੁਰੂ ਕੀਤੇ ਗਏ। ਕੋਈ ਵੱਡੀ ਹਰਕਤ ਹੋ ਜਾਏ, ਕੋਈ ਵੱਡਾ ਕ੍ਰਾਈਮ ਦਾ ਇਨਸੀਡੈਂਟ ਅਜਿਹਾ ਹੋ ਜਾਏ, ਉਸ ਤੋਂ ਬਾਅਦ ਦੈਨ ਸਰਟਨਲੀ ਗੈਂਗਸਟਰਾਂ ਦੇ ਮਲਟੀਪਲ ਠਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰਤੀ ਜਾਂਦੀ ਹੈ। ਹੁਣ ਮੁੱਦਾ ਤਾਂ ਇਹ ਵੀ ਤੁਸੀਂ ਛਾਪੇ ਜਿੰਨੇ ਮਰਜ਼ੀ ਮਾਰੋ, ਚੰਗੀ ਗੱਲ ਹੈ, ਪੁਲਿਸ ਦਾ ਕੰਮ ਹੈ, ਪੁਲਿਸ ਨੀਡਸ ਟੂ ਬੀ ਇਨ ਐਨ ਐਕਟਿਵ ਮੋਡ, ਪਰ ਤੁਸੀਂ ਉਹਦਾ ਰਿਜ਼ਲਟ ਸਿੱਟਾ ਕੀ ਕੱਢਿਆ? ਬਾਟਮ ਲਾਈਨ ਹੈ ਕਿ ਜੇ ਤਾਂ ਉਹਨਾਂ ਛਾਪਿਆਂ ਦੇ ਕਾਰਨ ਅਪਰਾਧੀਆਂ ਦਾ ਮਨੋਬਲ ਡਿੱਗਦਾ ਹੈ ਤਾਂ ਦੈਨ ਦੇ ਆਰ ਵਰਥ ਇਟ,
ਲੇਕਿਨ ਜੇ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਆਪਣਾ ਇੱਕ ਪਰਸੈਪਸ਼ਨ ਕ੍ਰੀਏਸ਼ਨ ਹੈਗੀ ਹੈ, ਜਾਂ ਅਖਬਾਰਾਂ ਜਾਂ ਕਾਲਮ ਦੇ ਵਿੱਚ ਤਸਵੀਰਾਂ ਤੁਹਾਡੀਆਂ ਛਪ ਜਾਣ, ਸਰਕਾਰਾਂ ਨੂੰ ਸਵੇਰੇ ਪੜ੍ਹਨ ਨੂੰ ਮੁੱਖ ਮੰਤਰੀ ਨੂੰ ਇੱਕ ਫਾਈਲ ਮਿਲ ਜਾਏ ਜਿਹਦੇ ਵਿੱਚ ਦੱਸਿਆ ਵੀ ਦੇਖੋ ਜੀ ਅੱਜ ਅਸੀਂ ਇੰਨੇ ਥਾਂ ਤੇ ਛਾਪੇ ਮਾਰੇ, ਤੇ ਉਹ ਮੈਨੂੰ ਲੱਗਦਾ ਕਿ ਆਈ ਥਿੰਕ ਇਟ ਡਜ਼ਨਟ ਰੀਲੀ ਸਰਵ ਦਾ ਪਰਪਸ। ਉਹ ਆਈ ਥਿੰਕ ਇਟਸ ਜਸਟ, ਮੈਂ ਜਿਹਨੂੰ ਸ਼ਬਦ ਵਰਤਣਾ ਹੈ ਕਿ ਇਟ ਇਜ਼ ਮੋਰ ਲਾਈਕ ਪਲੇਇੰਗ ਟੂ ਦੀ ਆਪਟਿਕਸ। ਤੁਸੀਂ ਸਿਰਫ ਦਿਖਾਵਾ ਕਰ ਰਹੇ ਪਏ ਹੋ, ਹੈ ਨਾ, ਤਾਂ ਉਹਦਾ ਤੁਹਾਡਾ ਕੋਈ ਕੋਰਿਲੇਸ਼ਨ ਨਹੀਂ ਜੋ ਸਥਾਪਿਤ ਕਰੇ ਕਿ ਤੁਸੀਂ ਜੇ ਇਹ ਆਪਰੇਸ਼ਨ 1 ਸਾਲ ਤੋਂ ਕਰਦੇ ਪਏ ਹੋ ਤਾਂ ਤੁਹਾਡਾ ਕ੍ਰਾਈਮ ਗ੍ਰਾਫ ਥੱਲੇ ਆਇਆ ਹੈ। ਖੈਰੋਂ ਅੰਕੜਿਆਂ ਦਾ ਖੇਡ ਹੁੰਦਾ ਲੇਕਿਨ ਇਨਸੀਡੈਂਟਸ ਦੇ ਵਿੱਚ ਕਮੀ ਨਹੀਂ ਹੈ। ਅਪਰਾਧੀਆਂ ਦੇ ਮਨੋਬਲ ਦੇ ਵਿੱਚ 23 ਲੱਖ ਦੇ ਡਾਕੇ ਦੀ ਤੁਸੀਂ ਗੱਲ ਕੀਤੀ, ਜੇ ਇੰਨਾ ਹੀ ਪੰਜਾਬ ਪੁਲਿਸ ਦਾ ਦਾਅਵਾ ਜਾਂ ਪੰਜਾਬ ਸਰਕਾਰ ਦਾ ਇਫੈਕਟਿਵ ਹੋਵੇ ਸਿਸਟਮ, ਤਾਂ ਕੀ ਇਸ ਤਰੀਕੇ ਦੇ ਕ੍ਰਿਮੀਨਲਸ ਦੀ ਹਿੰਮਤ ਹੋਵੇ ਕਿ 23 ਲੱਖ रुपये टोल प्लाजा तो आज भी लुटन की कैपेसिटी रखते हैं। जैसे आम आदमी पार्टी की गवर्नमेंट वो कोशिश करती है कि भाई ये दिखाए कि हम तो आम आदमी की सरकार हैं, हम आप ही में से जो है लोग चुन के आए हैं। मान साहब खुद जो है ये फ्लड्स के दौरान रिलीफ बांटते हुए दिखे, इस तरह से फ़ोटोज़ आए, लेकिन साथ ही साथ उनकी पुलिस जो है लोगों के घरों में दाखिल हो रही है इस तरह के जो दिख रहा है कैमरा में वो तो दिख रहा है, जो नहीं दिख रहा है उसमें पता नहीं क्या हुआ होगा। ਮੈਨੂੰ ਆਈ ਥਿੰਕ ਤੁਹਾਡਾ ਬੜਾ ਇੱਕ ਡੈਲੀਕੇਟ ਪੁਆਇੰਟ ਹੈ ਕਿ ਲੋਕਾਂ ਨੂੰ ਕਿਤੇ ਖੱਜਲ ਖੁਆਰੀ ਤਾਂ ਨਹੀਂ ਹੁੰਦੀ ਹੋਏਗੀ। ਮਤਲਬ ਮੇਰੇ ਘਰੇ ਕੋਈ ਸਵੇਰੇ ਆ ਕੇ ਛਾਪੇਮਾਰੀ ਇਦਾਂ ਸ਼ੁਰੂ ਕਰ ਦੇ ਤੇ ਠੀਕ ਹੈ, ਪੁਲਿਸ ਨੇ ਤਾਂ ਸਭ ਨੂੰ ਇੱਕ ਹੀ ਨਜ਼ਰ ਦੇ ਨਾਲ ਵੇਖਣਾ ਨਾ। ਉਹਨੂੰ ਨਹੀਂ ਪਤਾ ਕਿ ਮੈਂ ਸਮਗਲਰ ਹਾਂ ਜਾਂ ਮੈਂ ਕਿਸੇ ਸਮਗਲਰ ਨੂੰ ਹਾਰਬਰ ਕਰਦਾ ਪਿਆ, ਸੋ ਉਹਨਾਂ ਦੇ ਸ਼ੱਕ ਦੇ ਦਾਇਰੇ ਦੇ ਵਿੱਚ ਸਾਰੇ ਜਾਣਗੇ। ਲੇਕਿਨ ਉਹਦੇ ਨਾਲ ਇੱਕ ਆਮ ਆਦਮੀ ਜਿਸ ਤੇ ਕਿ ਘਰ ਦੀ ਚੈਕਿੰਗ ਹੁੰਦੀ ਹੈ, ਆਈ ਥਿੰਕ ਇਹਦੇ ਇੱਕ ਸਾਈਕੋਲੋਜੀਕਲ ਵੀ ਕੁਝ ਚੀਜ਼ ਹੁੰਦੀ ਹੋਏਗੀ, ਜਾਂ ਲੋਕ ਇੰਨੇ ਕਿ ਇਨਸੈਂਸਿਟਿਵ ਹੋ ਚੁੱਕੇ ਹੋਣਗੇ ਜਾਂ ਉਹਨਾਂ ਨੂੰ ਲੱਗਦਾ ਹੋਏਗਾ ਕਿ ਹੁਣ ਕੀ ਕਰੀਏ, ਬਸ ਨਹੀਂ ਚੱਲਦਾ ਪਿਆ। ਆਈ ਮੀਨ ਸਾਡੀ ਚੁਣੀ ਹੋਈ ਸਰਕਾਰ ਹੈ, ਬਟ ਐਟ ਦ ਸੇਮ ਟਾਈਮ ਪੁਲਿਸ ਦੀ ਵਿਜ਼ਿਬਿਲਿਟੀ ਨੂੰ ਦਿਖਾਉਣ ਲਈ, ਦਰਸਾਉਣ ਲਈ ਜੇ ਇਸ ਤਰੀਕੇ ਦੀ ਦਬਿਸ਼ ਹੋ ਰਹੀ ਹੈ, ਹਰ 12 15 18 ਦਿਨ ਬਾਅਦ, ਮਹੀਨੇ ਬਾਅਦ ਕੋਈ ਵੱਡਾ ਆਪਰੇਸ਼ਨ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਫਿਰ ਕਿਉਂਕਿ ਜਦੋਂ ਸੀਨੀਅਰ ਅਫਸਰ ਆ ਕੇ ਖੜੇ ਹੁੰਦੇ ਤਾਂ ਪਗਬਾ ਭਾਰ ਹੋ ਜਾਂਦੇ ਨੇ, ਹੇਠਲੇ ਅਫਸਰ ਵੀ ਜ਼ਿਆਦਾ ਐਕਟਿਵ ਹੁੰਦੇ ਨੇ। ਨਸ਼ਾ ਵੀ ਉਹੀ ਲੋਕ ਵਿਕਵਾ ਰਹੇ ਨੇ, ਨਸ਼ਾ ਖੁਦ ਕਰ ਰਹੇ ਨੇ। ਪੁਲਿਸ ਦੇ ਅਫਸਰਾਂ ਦੇ ਵਿੱਚ ਬਹੁਤ ਅਜਿਹੇ ਕੇਸਿਸ ਸਾਡੇ ਸਾਹਮਣੇ ਆਉਂਦੇ ਨੇ। ਹੁਣ ਇਸ ਵਕਤ ਇੱਕ ਕੇਸ ਚੱਲਦਾ ਪਿਆ ਹੈਗਾ ਮਾਨਸੇ ਦੇ ਵਿੱਚ, ਇੱਕ ਜਿਹੜਾ ਵਿਸਲ ਬਲੋਅਰ ਹੈ ਕਹਿ ਲਓ, ਉਸਨੇ ਰੌਲਾ ਪਾਇਆ ਜੀ ਕਿ ਨਸ਼ਾ ਵਿਕਦਾ ਪਿਆ, ਨਸ਼ੇ ਦੇ ਤਸਕਰਾਂ ਨੂੰ ਰੋਕਿਆ ਜਾਵੇ, ਤੇ ਉਹ ਥੋੜਾ ਜ਼ਿਆਦਾ ਤਲਖੀ ਹੋ ਗਈ ਪੁਲਿਸ ਦੇ ਨਾਲ ਤੇ ਉਹਨੂੰ ਚੱਕ ਕੇ ਉਹਦੇ ਖਿਲਾਫ ਕੇਸ ਰਜਿਸਟਰ ਕਰਤੇ ਗਏ। ਪੂਰਾ ਦਾ ਪੂਰਾ ਸ਼ਹਿਰ ਸੜਕਾਂ ਤੇ ਆ ਗਿਆ। ਲੁੱਕ ਐਟ ਦ ਟਰਸਟ ਡੈਫਿਸਿਟ ਕਿ ਪੂਰੇ ਸ਼ਹਿਰ ਦੀ ਕਿਸਾਨ ਜਥੇਬੰਦੀਆਂ, ਉਹਦਾ ਨਾਮ ਪਰਵਿੰਦਰ ਸਿੰਘ ਝੋਟਾ, ਸੋ ਪਰਵਿੰਦਰ ਝੋਟਾ ਇਜ਼ ਅ ਵਿਸਲ ਬਲੋਅਰ, ਤੇ ਉਹ ਮਾਨਸਾ ਪੁਲਿਸ ਦੇ ਨਾਲ ਉਹਦਾ 36 ਦਾ ਅੰਕੜਾ ਹੋ ਗਿਆ। ਪੂਰਾ ਸ਼ਹਿਰ ਉਸ ਬੰਦੇ ਦੇ ਸੋਸ਼ਲ ਐਕਟਿਵਿਸਟ ਹੈ, ਬਟ ਹੀ ਹੈਡ ਅ ਕ੍ਰਿਮੀਨਲ ਬੈਕਗਰਾਉਂਡ। 5-7 ਉਹਦੇ ਖਿਲਾਫ ਵੀ ਮੁਕੱਦਮੇ ਸੀ, ਬਟ ਆਫ ਕੋਰਸ ਅਗਲਾ ਸਿਸਟਮ ਦੇ ਵਿੱਚ ਕੁਝ ਬਦਲਾਅ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੁਣ ਉੱਥੇ ਜਿੰਨੀ ਵੀ ਐਕਸਰਸਾਈਜ਼ ਕੀਤੀ ਜਾਂਦੀ ਹੈ ਉਹ ਸਾਰੀ ਦੀ ਸਾਰੀ ਜ਼ੀਰੋ ਹੋ ਜਾਂਦੀ ਹੈ, ਜਦੋਂ ਕਿ ਐਸਟੈਬਲਿਸ਼ਮੈਂਟ ਔਰ ਅਥਾਰਟੀ ਇਜ਼ ਸੀਨ ਟੂ ਬੀ ਸਾਈਡਿੰਗ ਔਨ ਅ ਰੋਂਗ ਸਾਈਡ। ਉਹ ਗਲਤ ਪਾਸੇ ਖੜੇ ਨੇ। ਲੋਕਾਂ ਨੂੰ ਪੂਰੇ ਸ਼ਹਿਰ ਨੂੰ ਲੱਗਦਾ ਪਿਆ ਉੱਥੇ ਐਡੇ ਐਡੇ ਵੱਡੇ ਰੈਲੀਆਂ ਹੋ ਗਈਆਂ, ਪਬਲਿਕ ਡੈਮੋਨਸਟ੍ਰੇਸ਼ਨ ਹੋ ਗਏ, ਸੋ ਉੱਥੇ ਕਿੱਥੇ ਜਾਂਦਾ ਸਾਰੇ ਦੇ ਸਾਰੇ ਫੈਕਟਰ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਹਿੰਦੇ ਮਤਲਬ ਪ੍ਰਾਇੋਰਟੀਜ਼ ਕੀ ਨੇ, ਆਪਾਂ ਤੁਰ ਕਿੱਧਰ ਰਹੇ ਹਾਂ, ਜਾ ਕੀ ਰਹੇ ਹਾਂ, ਜੋ ਆਪਾਂ ਪਰਫਾਰਮ ਕਰ ਰਹੇ ਹਾਂ, इट इज़ मोर ऑफ एग्जिबिशनिज्म, इट्स मोर ऑफ ऑप्टिक्स, इट्स लेस ऑफ परफॉर्मेंस। जिस तरह से ये सब हो रहा है कि मतलब बहुत रिसेंटली हमने अमृतपाल वाक़े के बाद देखा कि पुलिस का जो है एक्शन बहुत ज़्यादा बढ़ गया है। कभी कभी देख के ऐसा लगता है, कम से कम जिस तरह से फ़ोटोज़ या वीडियोज़ उभर के आते हैं पंजाब से, देख के ऐसा लगता है कि क्या वही 80 और 90 का दौर वापस आ गया है? क्या इतने ख़राब हालात हैं पंजाब में? क्योंकि राजस्थान भी एक सरहदी रियासत है, गुजरात भी है, वहाँ पे हमने देखा नहीं कि गवर्नर्स जो है गश्त लगा रहे हैं। जम्मू कश्मीर के गवर्नर ने कभी गश्त नहीं लगाया जिस तरह से पंजाब के गवर्नर ने लगाया है। तो वो हालांकि सारे बॉर्डर स्टेट्स हैं, तो क्या ये सेंटर और स्टेट का जो आप कह सकते हैं एक फ्रिक्शन हो रहा है पिछले कुछ दिनों में, ये जो पंजाब में पुलिसिंग को डीजीपी को कंट्रोल करने की जो एक वो कानून उन्होंने पास किया है अभी पिछले महीने के सेशन में, तो क्या आपको ये भी लग रहा है कि ये जो एक सेंटर स्टेट का टसल हो रहा है, इसकी भी एक वजह ये है या फिर उसका भी एक मैनिफेस्टेशन है कि एक दिखाना पड़ रहा है कि भाई हम काम कर रहे हैं या फिर हम मुस्तैद हैं? तो क्या आपको लग रहा है कि मतलब मैं वही ਤੁਹਾਡੀ ਗੱਲ ਵਿੱਚ ਹੀ ਹੈ, ਲੇਕਿਨ ਮੈਂ ਉਹੀ ਕਹਾਂਗਾ ਕਿ ਦਿਖਾਣਾ ਪੜਨਾ ਇਹ ਵੀ ਆਪਣੇ ਆਪ ਵਿੱਚ ਬਹੁਤ ਵੱਡਾ ਇੱਕ ਦੁਖਾਂਤ ਹੈ ਪੰਜਾਬ ਦਾ। ਇਟ ਇਜ਼ ਵੈਰੀ ਆਇਰੋਨਿਕਲ ਕਿ ਜੇ ਸਾਨੂੰ ਦਿਖਾਣਾ ਪਏ ਕਿਸੇ ਵੀ ਅਫਸਰ ਨੂੰ ਜਾਂ ਕਿਸੇ ਵੀ ਸਰਕਾਰ ਨੂੰ, ਜੇ ਦਿਖਾਉਣ ਦਾ ਕੀ ਮਤਲਬ ਹੈ, ਦ ਥਿੰਗ ਸ਼ੁੱਡ ਬੀ ਓਬਵੀਅਸ। ਤੇ ਠੀਕ ਹੈ ਜੀ, ਕੇਂਦਰ ਦਖਲ ਦੇ ਰਿਹਾ ਹੈ, ਕੇਂਦਰ ਦੇ ਆਪਣੇ ਰੀਜ਼ਨਸ ਹੈਗੇ ਨੇ, ਗਵਰਨਰ ਇਹਨਾਂ ਦੀ ਪੋਲਿਟਿਕਸ ਵੱਖਰੇ ਲੈਵਲ ਦੀ, ਦੇ ਡੋਂਟ ਵਾਂਟ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਕੋਈ ਅਜਿਹਾ ਕੰਮ ਕਰ ਲੇ
ਲੇਕਿਨ ਇੱਥੋਂ ਦੀ ਸਰਕਾਰ, ਇੱਥੋਂ ਦੀ ਪੁਲਿਸ, ਇੱਥੇ ਦਾ ਸਿਸਟਮ ਤੁਹਾਡੇ ਹੱਥ ਵਿੱਚ ਹੈ। ਸੋ ਦਾ ਡੀਜੀਪੀ ਆਫ ਪੰਜਾਬ ਪੁਲਿਸ ਰਿਪੋਰਟਸ ਟੂ ਦ ਚੀਫ ਮਿਨਿਸਟਰ। ਹੁਣੇ ਤਾਂ ਚੀਫ ਮਿਨਿਸਟਰ ਨੇ ਤੈਅ ਕਰਨਾ ਹੈ ਨਾ ਕਿ ਉਹਨੇ ਕਿਹਨੂੰ ਡੀਜੀਪੀ ਲਾਣਾ ਹੈ। ਐਂਡ ਯੂ ਵਿਲ ਬੀ ਸਰਪ੍ਰਾਈਜ਼ ਕਿ ਪੰਜਾਬ ਦੇ ਵਿੱਚ ਇਸ ਵਕਤ 13 ਡੀਜੀਪੀ ਰੈਂਕ ਦੇ ਉੱਤੇ ਆਫੀਸਰਸ ਨੇ, ਐਂਡ ਨਨ ਆਫ them ਇਜ਼ ਅ ਰੈਗੂਲਰ ਡੀਜੀਪੀ। ਇੱਕ ਜਿਹੜਾ ਹੁਣ ਇਹਨਾਂ ਨੇ ਕਾਨੂੰਨ ਵੀ ਤੁਸੀਂ ਜ਼ਿਕਰ ਕੀਤਾ, ਬਿੱਲ ਲੈ ਕੇ ਆਏ। ਸੋ ਜਿਸ ਸਟੇਟ ਦੇ ਵਿੱਚ ਇੱਕ ਪੱਕਾ ਡੀਜੀਪੀ ਨਹੀਂ ਹੈ, ਤੁਸੀਂ ਵੈਸੇ ਤਾਂ ਕਹਿ ਰਹੇ ਹੋ, ਸਾਰੇ ਕਹਿ ਰਹੇ ਨੇ, ਸੈਂਟਰ ਕਹਿ ਰਿਹਾ ਜੀ, ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਜੀ ਅਸੀਂ ਬਾਰਡਰ ਸਟੇਟ ਹੈ, ਆਪੋਜੀਸ਼ਨ ਕਹਿ ਰਹੀ ਹੈ ਬਾਰਡਰ ਸਟੇਟ ਹੈ, ਗਵਰਨਰ ਕਹਿ ਰਹੀ ਹੈ ਬਾਰਡਰ ਸਟੇਟ ਹੈ, ਤੇ ਫਿਰ ਬਾਰਡਰ ਸਟੇਟ ਦੇ ਵਿੱਚ ਅੱਜ ਤੱਕ ਇੱਕ ਪੱਕਾ ਡੀਜੀਪੀ ਕਿਉਂ ਨਹੀਂ ਪਿਛਲੇ 1 ਸਾਲ ਵਿੱਚ ਲੱਗ ਪਾਇਆ? ਵਾਈ ਇਜ਼ ਐਨ ਆਫੀਸ਼ੀਏਟਿੰਗ ਡੀਜੀਪੀ ਬੀਇੰਗ ਅਲਾਉਡ ਟੂ ਕੈਰੀ ਔਨ ਐਂਡ ਸੀਕ ਐਕਸਟੈਂਸ਼ਨਸ? ਉਹਨੂੰ ਐਕਸਟੈਂਡ ਕੀਤਾ ਜਾ ਰਿਹਾ, ਐਂਡ ਇਨ ਦ ਮੀਨ ਟਾਈਮ ਤੁਸੀਂ ਇੱਕ ਆਪਣਾ ਕਾਨੂੰਨ ਲਿਆਉਂਦੇ ਹੋ, ਉਹ ਪੇਜ ਫਸ ਗਿਆ। ਹੁਣ ਗਵਰਨਰ ਨੇ ਬਿੱਲ ਆਪਣੇ ਕੋਲ ਰੱਖ ਲਿਆ, ਹੁਣ ਜਦ ਤੱਕ ਗਵਰਨਰ ਦਾ ਬਿੱਲ ਨਹੀਂ ਨਿਕਲਦਾ, ਇੱਧਰ ਡੀਜੀਪੀ ਦਾ ਕੰਮ ਅੜਿਆ ਹੋਇਆ। ਸਟੇਟ ਗਵਰਨਮੈਂਟ ਕੋਲ ਇੱਕ ਬਹਾਨਾ ਮਿਲ ਗਿਆ ਜੀ ਅਸੀਂ ਪੱਕਾ ਡੀਜੀਪੀ ਲਾ ਨਹੀਂ ਸਕਦੇ। ਆਈ ਮੀਨ ਕੈਨ ਯੂ ਇਮੈਜਿਨ ਸਟੇਟ ਵਿਦਆਊਟ ਅ ਡੀਜੀਪੀ, ਬਾਰਡਰ ਸਟੇਟ ਵਿਦਆਊਟ ਅ ਡੀਜੀਪੀ? ਕਿੱਡੀ ਵੱਡੀ ਗੱਲ ਹੈ। ਤੁਸੀਂ ਆਮ ਲੋਕਾਂ ਦੀ ਤਾਂ ਸੰਦੂਕੜੀਆਂ ਤੱਕ ਖੰਗਾਲਤੀਆਂ, ਉਹਨਾਂ ਦੇ ਤਾਂ ਤੁਸੀਂ ਜਿਹਨੂੰ ਕਹਿੰਦੇ ਨਾ ਪੁਤੜੇ ਤੱਕ ਫਰੋਲਤੇ, ਤੇ ਜਿੱਥੇ ਤੁਸੀਂ ਆਪਣੇ ਜਿਹੜੇ ਕੰਮ ਕਰਨ ਵਾਲੇ ਨੇ ਉੱਥੇ ਕੰਮ ਨਹੀਂ ਹੋਏ। ਅੱਜ ਨਸ਼ੇ ਦੀ ਰਿਕਵਰੀਜ਼ ਦੇ ਨਾਂ ਦੇ ਉੱਤੇ ਬਹੁਤ ਕੁਝ ਕੀਤਾ ਜਾਂਦਾ। ਈਵਨ ਜਿਹੜੇ ਕੋਰਡਨ ਐਂਡ ਸਰਚ ਆਪਰੇਸ਼ਨਸ ਨੇ, ਇਹਨਾਂ ਦੇ ਵਿੱਚ ਵੀ ਟਾਰਗੇਟ ਹੀ ਹੁੰਦਾ ਕਿ ਅਸੀਂ ਨਸ਼ੇ ਦੇ ਸਮਗਲਰਾਂ ਨੂੰ ਫੜੀਏ। ਮੈਂ ਨਹੀਂ ਕਹਿੰਦਾ ਕਿ ਇਟਸ ਅ ਪ੍ਰੋਗਰਾਮ ਵਿਚ ਮੇ ਬੀ ਵੈਲ ਇੰਟੈਂਸ਼ਨਡ, ਵੈਲ ਮੀਨਿੰਗ, ਕਿਸੇ ਨੇ ਚੰਗਾ ਪ੍ਰੋਗਰਾਮ ਪਲਾਨ ਕੀਤਾ ਤੇ ਉਸ ਦੇ ਵਿੱਚ ਮੋਬਿਲਾਈਜ਼ ਕੀਤੀ ਪੁਲਿਸ ਫੋਰਸ। ਲੇਕਿਨ ਤੁਸੀਂ ਇਹ ਦੇਖੋ ਕਿ ਹੋਰ ਜਿਹੜੇ ਪੈਰਾਮੀਟਰਸ ਨੇ ਤੁਹਾਡੇ, ਅੱਜ 2 ਅਜਿਹੇ ਆਈਜੀ ਤੇ ਡੀਏਜੀ ਲੈਵਲ ਦੇ ਆਫੀਸਰਸ ਨੇ ਪੰਜਾਬ ਦੇ। ਇੱਕ ਐਸਾ ਡੀਏਜੀ ਲੈਵਲ ਦਾ ਆਫੀਸਰ ਜੋ ਕਿ ਨਸ਼ੇ ਦੇ ਤਸਕਰਾਂ ਦੀ ਮਦਦ ਦੇ ਇਲਜ਼ਾਮਾਂ ਦੇ ਵਿੱਚ ਉਸ ਨੂੰ 2 ਅਲੱਗ-ਅਲੱਗ ਮੁਕੱਦਮਿਆਂ ਦੇ ਵਿੱਚ FIR ਰਜਿਸਟਰ ਹੋ ਚੁੱਕੀਆਂ ਨੇ, ਐਂਡ ਹੀ ਸਟਿਲ ਸਰਵਿੰਗ ਐਜ਼ ਦ DIG। ਇੱਕ ਅਜਿਹਾ DIG ਹੈ ਜੋ ਕਿ ਇਸ ਵਕਤ ਭਗੌੜਾ ਚੱਲਦਾ ਪਿਆ ਪਿਛਲੇ 6 ਸਾਲ ਦੇ ਡਰੱਗ ਕੇਸਾਂ ਦਾ, AIG ਰਾਜੀਤ ਸਿੰਘ ਹੈਗੇ ਨੇ। ਸੋ ਉਹ ਅਜੇ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ, ਅਦਾਲਤਾਂ ਉਹਨਾਂ ਨੂੰ ਰਿਲੀਫ ਦੇਈ ਜਾਂਦੀਆਂ ਨੇ, ਪਤਾ ਨਹੀਂ ਉਹ ਬੰਦਾ ਅਜੇ ਤੱਕ ਕਾਬੂ ਨਹੀਂ ਆਇਆ, ਜਦਕਿ ਉਹ ਹੀ ਇਮਰਜਡ ਐਜ਼ ਅ ਕਿੰਗ ਪਿਨ ਆਫ ਬਿਗ ਡਰੱਗ ਕਾਰਟਲ, ਰਾਈਟ, ਜਿਸ ਦੇ ਵਿੱਚ ਕਿ ਉਹ ਲੋਕ ਮਦਦ ਕਰਿਆ ਕਰਦੇ ਸੀਗੇ ਨਸ਼ੇ ਦੇ ਤਸਕਰਾਂ ਦੀ, ਉਹਨਾਂ ਤੋਂ ਪੈਸੇ ਵੈਸੇ ਲੈ ਕੇ। ਸੋ ਇਹ ਤਰੀਕੇ ਦਾ ਉੱਤੋਂ ਲੈ ਕੇ ਥੱਲੇ ਤੱਕ ਇਹ ਕਲਚਰ ਤਾਂ ਹੈਗਾ ਹੀ ਹੈ। ਅੱਜ ਵੀ ਤੁਸੀਂ ਲਗਾਤਾਰ ਇਸ ਤਰੀਕੇ ਦੇ ਖਬਰਾਂ ਆਉਂਦੀਆਂ ਨੇ, ਪੁਲਿਸ ਵਾਲੇ ਨਸ਼ੇ ਖੁਦ ਕਰ ਰਹੇ ਹੁੰਦੇ ਨੇ, ਇਹ ਇਲਜ਼ਾਮ ਲੱਗਦੇ ਨੇ ਕਿ ਨਸ਼ੇ ਪੁਲਿਸ ਵਿਕਵਾ ਰਹੀ ਹੈ। ਮਾਨਸਾ ਦੇ ਵਿੱਚ ਐਡਾ ਵੱਡਾ ਜਿਹੜਾ ਕਨਫਰੰਟੇਸ਼ਨ ਜਿਸ ਦਾ ਮੈਂ ਜ਼ਿਕਰ ਕੀਤਾ, ਇੱਕ ਫਲੈਸ਼ ਪੁਆਇੰਟ ਬਣਿਆ ਹੋਇਆ, ਠੀਕ ਹੈ ਨਾ। ਹੁਣ ਜਦੋਂ ਇਹ ਚੀਜ਼ਾਂ ਹੋ ਰਹੀਆਂ ਨੇ ਗਰਾਊਂਡ ਦੇ ਉੱਤੇ, ਨਸ਼ੇ ਦਾ ਤਸਕਰ ਅੱਜ ਧੜੱਲੇ ਦੇ ਨਾਲ ਕੰਮ ਕਰਦਾ ਪਿਆ ਹੈ, ਤਸਕਰੀ ਹੋਦੀ ਪਈ ਹੈ। ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਫਿਰੌਤੀਆਂ ਜਿਹੜੀਆਂ ਹੁੰਦੀਆਂ ਨਾ, ਜਿਹੜੇ ਕ੍ਰਿਮੀਨਲ ਸਿੰਡੀਕੇਟ ਨੇ, ਉਹ ਲੋਕਾਂ ਤੋਂ ਮੰਗ ਰਹੇ ਨੇ, ਲੋਕ ਫਿਰੌਤੀਆਂ ਦੇ ਰਹੇ ਨੇ, ਠੀਕ ਹੈ ਨਾ। ਜਿਹੜੇ ਨੋਟਿਸ 'ਚ ਆ ਜਾਂਦੇ ਨੇ, ਚਲੋ ਪੁਲਿਸ ਉਹਨਾਂ ਨੂੰ ਸਿਕਿਉਰਿਟੀ ਦੇ ਦਿੰਦੀ ਹੈ, ਲੇਕਿਨ ਇਟਸ ਅ ਲੌਂਗ ਡਰਾਨ ਥਿੰਗ। ਇਹਨਾਂ ਦੀ ਤੁਸੀਂ ਇਹ ਕਹੋਗੇ ਪੰਜਾਬ ਦੇ ਵਿੱਚ ਫਿਰੌਤੀਆਂ ਕੀ ਬੰਦ ਹੋ ਗਈਆਂ? ਪਿਛਲੇ 1 ਸਾਲ ਤੋਂ ਇੰਨੇ ਆਪਰੇਸ਼ਨ ਚੱਲਦੇ ਪਏ ਨੇ, ਇਹ ਕਦੋਂ ਬੰਦ ਹੋਏਗਾ? ਜਦੋਂ ਪੰਜਾਬ ਸੈਂਟਰ ਦੇ ਰੂਲ ਦੇ ਹੇਠ ਆ ਜਾਏਗਾ। ਕਿਉਂਕਿ ਇਹ ਵੀ ਰੌਲਾ ਪੈਂਦਾ ਰਹਿੰਦਾ ਨਾ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਕੰਪਲੀਟ ਨਹੀਂ ਕਰਨ ਦੇਣਗੇ, ਇਹ ਤਾਂ ਸੈਂਟਰ ਹੁਣ ਆਊਗਾ, ਕੋਈ ਮਜ਼ਬੂਤ ਸਰਕਾਰ ਆਊਗੀ, ਅਮਿਤ ਸ਼ਾਹ ਜੇ ਕੰਟਰੋਲ ਲੈ ਲਏਗਾ ਤਾਂ ਫਿਰ ਪੰਜਾਬ ਦਾ ਹਾਲਾਤ ਠੀਕ ਹੋ ਜਾਣਗੇ। ਤੁਸੀਂ ਵਿਲ ਹੈਵ ਟੂ ਸੀ ਕਿ ਕੀ ਉਸ ਨੌਬਤ ਆਉਂਦੀ ਹੈ ਨਹੀਂ ਆਉਂਦੀ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਮਤਲਬ ਵਾਈ ਕਾਂਟ ਪੰਜਾਬ ਪੁਲਿਸ ਔਰ ਪੰਜਾਬ ਗਵਰਨਮੈਂਟ ਟੇਕ ਕੇਅਰ ਆਫ ਦ ਸਰਕਮਸਟੈਂਸਿਸ? ਆਫ ਕੋਰਸ ਚੈਲੰਜ ਬੜਾ ਵੱਡਾ ਹੈ, ਇਟ ਇਜ਼ ਈਜ਼ੀਅਰ ਸੈਡ ਦੈਨ ਡਨ। ਵੀ ਅੰਡਰਸਟੈਂਡ ਕਿ ਪੁਲਿਸ ਲਈ ਵੀ ਬੜੀਆਂ ਲਿਮਿਟੇਸ਼ਨਸ ਨੇ, ਸਰਕਾਰਾਂ ਲਈ ਬਹੁਤ ਚੈਲੰਜਸ ਨੇ, ਲੇਕਿਨ ਅਜਿਹਾ ਕੋਈ ਚੈਲੰਜ ਨਹੀਂ ਹੈ ਜੋ ਕਿ ਤੁਹਾਨੂੰ ਜ਼ਿਆਦਾ ਐਗਜ਼ੀਬਿਸ਼ਨਿਜ਼ਮ ਵਾਲੇ ਪਾਸੇ ਤੋਰੇ ਤੇ परफॉर्मेंस वाले पास से कट तो रहे। मैं यहाँ पे एक सवाल ज़रूर पूछना चाहूँगा, जैसे आम आदमी पार्टी की हुकूमत जब अभी भी है दिल्ली में, तो शुरू से ही ये कह रहे थे कि भाई हमारे पास तो पुलिसिंग पावर्स नहीं है, हम कुछ कर नहीं सकते। तो जब भी ऐसा कोई वाक़या होता था वो बोल देते भाई ये तो सेंटर की जिम्मेदारी है। पंजाब में पहली बार उनको पुलिसिंग पावर्स मिले हैं, लेकिन उस हिसाब से फिर वो कॉन्फिडेंस नहीं पैदा कर पाए, कुछ मतलब अलग नहीं कर पाए, उल्टा जो है अब सरगर्मियाँ बढ़ गई हैं पुलिस की। तो टसल के अलावा भी आम आदमी पार्टी का भी हैंडलिंग बड़ा कॉम्पिटेंट नहीं रहा है पुलिस का। तो क्या आप समझते हैं कि ये भी एक फैक्ट है? बिल्कुल एक फैक्ट है, यू आर एब्सोल्युटली राइट। क्योंकि जेड़ा द फैक्ट दैट तुसी एक डीजीपी नहीं चुन पाए, ठीक है ना, यू आर नॉट बीइंग एबल टू ट्रस्ट योर ऑफिसर्स राइट नाउ। मैं महसूस करदा कि थोनू देखो 13 डीजीपी ने, यूपीएससी का एक सिस्टम बनाया हुआ है, यूपीएससी का नहीं सुप्रीम कोर्ट लेड सिस्टम है। प्रकाश सिंह वर्सेस ਜਿਹੜਾ ਮੁਕੱਦਮਾ ਚੱਲਿਆ ਜਿਸ ਦੇ ਵਿੱਚ ਕਿ ਕਿਸੇ ਵੀ ਸਟੇਟ ਦੇ ਡੀਜੀਪੀ ਨੂੰ ਚੁਣਨ ਦਾ ਇੱਕ ਪ੍ਰਕਿਰਿਆ ਹੋਈ ਵੀ ਤੁਸੀਂ ਇੱਕ 6 7 8 ਜਿੰਨੇ ਵੀ ਤੁਹਾਡੇ ਕੰਪੀਟੈਂਟ ਸੀਨੀਅਰ ਮੋਸਟ ਤੇ ਮੈਰਿਟ ਵਾਲੇ ਅਫਸਰ ਨੇ ਉਹਨਾਂ ਦੇ ਨਾਂ ਭੇਜੋਗੇ, यूपीएससी ਦੇ ਪੈਨਲ ਕੋਲ ਨਾ ਜਾਣਗੇ, यूपीएससी ਦਾ ਪੈਨਲ ਉਹਨਾਂ ਵਿੱਚੋਂ 3 ਅਫਸਰ ਸ਼ਾਰਟਲਿਸਟ ਕਰੇਗਾ ਤੇ ਉਹਨਾਂ 3 ਅਫਸਰਾਂ ਦਾ ਪੈਨਲ ਤੁਹਾਨੂੰ ਵਾਪਸ ਭੇਜਤਾ ਜਾਏਗਾ, ਵਿਚ ਮੀਨ ਲਿਸਟ ਭੇਜੀ ਜਾਏਗੀ, ਉਹਨਾਂ 3 ਅਫਸਰਾਂ ਦੇ ਵਿੱਚੋਂ ਇੱਕ ਡੀਜੀਪੀ ਚੁਣਿਆ ਜਾਣਾ ਹੈ। ਹੁਣ ਮੈਨੂੰ ਦੱਸੋ ਇਸ ਸਿਸਟਮ ਦੇ ਵਿੱਚ ਗਲਤ ਕੀ ਹੈ? ਕਿਹੜੀ ਰਾਕਟ ਸਾਇੰਸ ਹੈ ਜੋ ਕਿ ਅੱਜ ਪੰਜਾਬ ਨੂੰ ਇੱਕ ਨਵਾਂ ਕਾਨੂੰਨ ਨਵਾਂ ਨਾਮ ਲੈ ਕੇ ਆ ਰਹੇ ਨੇ? ਉਹ ਕਹਿੰਦੇ ਨੇ ਕਿ ਨਹੀਂ ਆਹ ਸਿਸਟਮ ਠੀਕ ਨਹੀਂ ਹੈ,
ਸੁਪਰੀਮ ਕੋਰਟ ਵੱਲੋਂ ਲੇਟ ਡਾਊਨ ਇਹ ਸਿਸਟਮ ਹੈ, ਐਫੀਸ਼ੀਐਂਟ ਸਿਸਟਮ ਹੈ। ਸੂਬਿਆਂ ਦੀ ਮਨਮਾਨੀ ਨਾ ਹੋਵੇ। ਆਪਣੇ ਡੀਜੀਪੀ ਪ੍ਰਕਾਸ਼ ਸਿੰਘ ਜਿਹੜਾ ਰਿਟਾਇਰਡ ਯੂਪੀ ਦੇ ਡੀਜੀਪੀ ਨੇ ਤਾਂ ਕਰਕੇ ਮੁਕੱਦਮਾ ਲੜਿਆ ਸੀ, ਕਿਉਂਕਿ ਆਪਣੀ ਮਰਜ਼ੀ ਦੇ ਮੁਤਾਬਕ ਜੂਨੀਅਰ ਅਧਿਕਾਰੀਆਂ ਨੂੰ ਲਾ ਲੈਂਦੇ ਸੀਗੇ। ਸੋ ਚੰਗਾ ਭਲੇ ਪ੍ਰੋਸੈਸ ਨੂੰ ਤੁਸੀਂ ਕਹਿ ਰਹੇ ਹੋ ਕਿ ਨਹੀਂ ਜੀ ਨਹੀਂ, ਹੁਣ ਅਸੀਂ ਆਪਣਾ ਪੈਨਲ ਬਣਾਵਾਂਗੇ, ਯੂਪੀਐਸਸੀ ਦਾ ਇੱਕ ਬੰਦਾ ਲੈ ਲਾਂਗੇ, ਲੇਕਿਨ ਸਾਡੇ ਬੰਦੇ ਹੋਣਗੇ, ਸਾਡੇ ਅਫਸਰ ਹੋਣਗੇ, ਚੀਫ ਸੈਕਟਰੀ ਹੋਏਗਾ, ਡੀਜੀਪੀ ਹੋਏਗਾ, ਤੇ ਉਹ ਪੈਨਲ ਚੋਣ ਕਰੇਗਾ। ਵਿਚ ਮੀਨਸ ਕਿ ਤੁਸੀਂ ਕਹਿੰਦੇ ਹੋ ਕਿ ਨਹੀਂ ਅਸੀਂ ਆਪਣੀ, ਹੁਣ ਤੁਸੀਂ ਲੜਾਈਆਂ ਬਸ ਇਹਨਾਂ ਚੀਜ਼ਾਂ ਦੀਆਂ ਲੜਾਈਆਂ ਲੜੋ। ਤੁਸੀਂ ਗੁਰਬਾਣੀ ਦੇ ਪ੍ਰਸਾਰਨ ਦੀ ਲੜਾਈ ਲੜ ਲਓ। ਤੁਸੀਂ ਕਹੋ ਜੀ ਡੀਜੀਪੀ ਅਸੀਂ ਖਿਲਾਣਾ ਹੈ, ਅਸੀਂ ਵਾਈਸ ਚਾਂਸਲਰ ਆਪਣੇ ਲਾਣੇ ਨੇ। ਇਹ ਕੋਈ ਲੜਾਈਆਂ ਲੜਨ ਵਾਲੀਆਂ ਹੈਗੀਆਂ ਨੇ? ਠੀਕ ਹੈ, ਤੁਸੀਂ ਜੇ ਲੜਾਈਆਂ ਲੜਨੀਆਂ ਵੀ ਤਾਂ ਲੜੋ, ਲੇਕਿਨ ਜਿਹੜੇ ਮਤਲਬ ਤੁਸੀਂ ਮਤਲਬ ਪੰਜਾਬ ਦੇ ਡੀਜੀਪੀ ਨੂੰ ਲੈ ਕੇ ਤੁਸੀਂ ਐਡੀ ਵੱਡੀ ਲੜਾਈ ਮਾਗਾ ਪੀਣਾ ਪਾਤਾ, ਹੁਣ ਇਹਨਾਂ ਨੇ ਕੰਪਲੀਕੇਟ ਕਰਤਾ। ਹੁਣ ਠੰਡੇ ਵਸਤੇ ਚਲਾ ਗਿਆ ਡੀਜੀਪੀ, ਉਧਰ ਗਵਰਨਰ ਕੋਲ ਪਿਆ, ਸੋ ਦੈਟ ਡੀਜੀਪੀ ਵਿਲ ਕੈਰੀ ਔਨ ਨਾਓ। ਹੀ ਇਜ਼ ਅ ਵਰਕਿੰਗ ਡੀਜੀਪੀ। ਯੂ ਕੈਨ ਨੈਵਰ ਬਲੇਮ ਹਿਮ ਕਿ ਜੇ ਲਾਅ ਐਂਡ ਆਰਡਰ ਜੋ ਅੱਜ ਨਹੀਂ ਸਾਂਭਿਆ ਜਾ ਰਿਹਾ, ਉਹ ਇਟ ਇਜ਼ ਯੋਰ ਰਿਸਪੌਂਸਿਬਿਲਿਟੀ, ਤੁਸੀਂ ਨਹੀਂ ਕਰ ਪਾ ਰਹੇ ਹੋ। ਬਟ ਹੀ ਵਿਲ ਸੇ ਕਿ ਆਈ ਐਮ ਵਰਕਿੰਗ, ਆਈ ਐਮ ਐਨ ਅਫੀਸ਼ੀਏਟਿੰਗ ਡੀਜੀਪੀ, ਆਈ ਐਮ ਨਾਟ ਅ ਫੁੱਲ ਫਲੈਜਡ ਡੀਜੀਪੀ। ਹਾਲਾਂਕਿ ਇਹਦੇ 'ਚ ਕੋਈ ਤਾਕਤਾਂ ਦੇ ਵੀ ਕੋਈ ਜ਼ਿਆਦਾ ਫਰਕ ਨਹੀਂ ਹੈ, ਲੇਕਿਨ ਕਹਿਣ ਦੀ ਗੱਲ ਅਲੱਗ ਹੈ। ਤੁਸੀਂ ਮੈਨੂੰ ਕਿਹੜਾ ਪੱਕਾ ਡੀਜੀਪੀ ਲਾਤਾ, ਲੇਕਿਨ ਉਹ ਡੀਜੀਪੀ ਤਾਂ ਪ੍ਰੋਸੈਸ ਦੇ ਜ਼ਰੀਏ ਲੱਗਣਾ ਹੈ। ਸੋ ਜੇ ਸਰਕਾਰ ਐਡਾ ਬੇਸਿਕ ਜਿਹਾ ਕੰਮ ਨਹੀਂ ਕਰ ਪਾ ਰਹੀ, ਇੱਕ ਪੁਲਿਸ ਦਾ ਜਿਸ ਸਟੇਟ ਦੀ ਪੁਲਿਸ ਦਾ ਮੁਖੀ ਨਹੀਂ ਹੈਗਾ ਇਸ ਵਕਤ, ਠੀਕ ਹੈ ਨਾ, ਮਤਲਬ ਇੱਕ ਹੁਣ ਸੁਣਨ ਦੀ ਕਹਿਣ ਦੀ ਗੱਲ ਹੈ, ਜਾਂ ਇਟ ਇਜ਼ ਮੋਰ ਜ਼ਮੀਨ ਦੇ ਉੱਤੇ ਵੀ ਇਹਦਾ ਅਸਰ ਆ ਰਿਹਾ ਹੋਏਗਾ। सो आई मीन यू कैन इमेजिन कि हालात होंगे। उन ऑफिसर्स के लिए भी तो बहुत ही मोरल लो करने वाली बात हो जाएगी कि भाई स्टेट का मुख्यमंत्री का कॉन्फिडेंस नहीं है, अब कुछ काम करेंगे तो फिर लगेगा कि सेंटर से गाली सुनना पड़ेगा। एक बहुत ਵੱਡੀ ਤੁਸੀਂ ਗੱਲ ਇੰਪੋਰਟੈਂਟ ਗੱਲ ਕੀਤੀ ਕਿ ਅਫਸਰ ਕੀ ਅੱਜ ਕਰਨਾ ਚਾਹੁੰਦੇ ਨੇ ਅੱਗੇ ਵਧ ਕੇ, ਡੂ ਦੇ ਵਾਂਟ ਕਿ ਵੀ ਆਪਾਂ ਅੱਗੇ ਵਧ ਕੇ ਕਰੀਏ। ਆਈ ਥਿੰਕ ਦੇ ਆਰ ਹੋਲਡਿੰਗ ਦੈਮਸੈਲਵਸ ਬੈਕ। ਇਹ ਇੱਕ ਬਹੁਤ ਵੱਡੀ ਚੀਜ਼ ਤੁਸੀਂ ਟੱਚ ਕੀਤੀ ਹੈ, ਬਿਕੋਜ਼ ਇਹ ਸੈਂਟੀਮੈਂਟ ਮੈਨੂੰ ਲੱਗਦਾ ਕਿ ਅਫਸਰਾਂ ਦੇ ਵਿੱਚ ਹੋਏਗਾ ਵੀ ਯਾਰ ਮੈਂ ਕਿਉਂ ਅੱਗੇ ਵਧਾਂ, ਲੈਟ ਦ ਥਿੰਗਸ ਬੀ ਸੈਟਲਡ। 1.25 ਸਾਲ ਹੋ ਗਿਆ ਹਾਲੇ ਤੱਕ ਥਿੰਗ ਸੈਟਲ ਹੀ ਨਹੀਂ ਹੋਣ ਤੇ ਆ ਰਹੀਆਂ। ਤੇ ਨਾ ਤੁਹਾਡੇ ਕੋਲ ਡੀਜੀਪੀ ਨੇ ਇੱਕ ਨਾ ਭੇਜੋ ਪੈਨਲ, ਉੱਥੋਂ ਆਉਣ ਤੋਂ ਇੱਕ ਪੱਕਾ ਡੀਜੀਪੀ ਲਗਾਓ ਤੇ ਡੀਜੀਪੀ ਲਗਾ ਕੇ ਕੰਮ ਕਰਾਓ, ਉਸਨੂੰ ਮੈਂਡੇਟ ਤੋਂ ਵੀ ਆਪਣਾ ਕਾਨੂੰਨ ਤੇ ਵਿਵਸਥਾ ਤੇ ਦੇਖੋ ਕਿ ਲੀਡਰ ਸਟਰੋਂਗ ਕੀ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਇਹ ਚੀਜ਼ਾਂ ਕਿਉਂ ਹੋ ਪਾ ਰਹੀਆਂ ਨੇ? ਹਾਲਾਂਕਿ ਉੱਥੇ ਵੀ ਝਗੜੇ ਰਹਿੰਦੇ ਨੇ, ਲੇਕਿਨ ਠੀਕ ਹੈ ਜਦੋਂ ਤੁਸੀਂ ਦੇਣੀ ਹੈ ਮੈਂਡੇਟ। ਅੱਜ ਵੀ ਤਾਂ ਪੰਜਾਬ ਦੇ ਵਿੱਚ ਕਿਹੜਾ ਐਸਾ ਕੰਮ ਨਹੀਂ ਹੋ ਰਿਹਾ ਜੋ ਕਿ ਜਿਸ ਨੂੰ ਤੁਸੀਂ ਕਹਿ ਸਕਦੇ ਜੀ ਕਿ ਪੁਲਿਸ ਥੋੜੀ ਜਿਹੀ ਐਕਸੈਸ ਦੇ ਵਿੱਚ ਜਾ ਰਹੀ ਹੈ? ਸਭ ਕੁਝ ਤਾਂ ਹੋ ਰਿਹਾ। ਇੱਥੇ ਕੀ ਪੱਤਰਕਾਰਾਂ ਤੋਂ ਨਹੀਂ ਪੁੱਛ ਗਿੱਛਾਂ ਹੋਈਆਂ, ਇੱਥੇ ਟਵਿੱਟਰ ਹੈਂਡਲ ਨਹੀਂ ਬਲੌਕ ਹੋਏ, ਇੱਥੇ ਪੁਲਿਸ ਨੇ ਰਿਪੋਰਟਿੰਗ ਨਹੀਂ ਕੀਤੀ, ਇੱਥੇ ਕੀ ਨੈੱਟ ਬੰਦ ਨਹੀਂ ਹੋਏ, ਇੱਥੇ ਲੋਕਾਂ ਦੇ ਛਾਪੇਮਾਰੀਆਂ ਨਹੀਂ ਹੋਈਆਂ। ਅੱਜ ਜੋ ਮਾਨਸੇ ਦੇ ਵਿੱਚ ਝਗੜਾ ਹੋ ਰਿਹਾ ਕਿ ਉਹ ਸਾਰੀਆਂ ਚੀਜ਼ਾਂ ਨਹੀਂ ਹੋ ਰਹੀਆਂ। ਸੋ ਥਿੰਗਸ ਆਰ ਵੈਰੀ ਮਚ ਔਨ। ਸੋ ਹੋਰ ਕੀ ਹੁੰਦਾ ਪੁਲਿਸ ਨੂੰ ਤਾਕਤਾਂ ਦੇਣਾ? ਇਹੀ ਹੁੰਦੀਆਂ ਪੁਲਿਸ ਨੂੰ ਤਾਕਤਾਂ ਦੇਣਾ। ਲੇਕਿਨ ਤਾਕਤਾਂ ਦੇਣ ਦੇ ਬਾਵਜੂਦ ਵੀ ਅੱਜ ਅਫਸਰ ਕਹਿਣ ਨੂੰ ਹੈਗੇ ਨੇ ਕਿ ਸਾਨੂੰ ਤਾਂ ਜੀ we were waiting for the final decision. I don't know which decision are we thinking about. हाँ, तो अब जैसे देखिए यहाँ पे एक और सवाल मेरा है कि चलिए एक लेवल पे जब भी पंजाब के बारे में ख़ास करके जो पिछली सरकार थी उससे जब पूछा जा रहा था भाई आपने मैंने इसको कंट्रोल किया, क्या आप कर पाए हैं? बादल जब थे पावर में वो भी एक बहुत बड़ा उनके ख़िलाफ़ एक आर्गूमेंट था कि भाई आप ड्रग प्रॉब्लम को कंट्रोल नहीं कर पाए हैं। उसके बाद जो कंजर्वेटिव लोग होते हैं वो कहते हैं कि भाई नहीं नहीं आप जो है हम लोगों को बदनाम करते हैं, हर सरकार कोशिश कर रही है इस चीज़ को कम करने की। लेकिन अब इस तरह की मुस्तैदी अगर हम देखते हैं पुलिस की, तो क्या एक मैसेज नहीं जाता है कि थोड़ा शेकी है कि उस हिसाब से नहीं हो पा रहा है, इसीलिए जो है बहुत ज़्यादा तादाद में जो है हमें ये करना पड़ रहा है कि प्रॉब्लम बहुत एक्चुअल में ग्राउंड पर बहुत सीरियस है, इसीलिए हम बाहर आ गए हैं। तो 80-90 के जो हालात थे जब बहुत से ऐसे पुलिस ऑपरेशंस होता है, हालांकि उस हिसाब से उस टाइम पे इतना स्ट्रॉन्ग मीडिया भी नहीं था, सोशल मीडिया तो था ही नहीं, लेकिन एक आर्टिफिशियली फिर एक सिचुएशन क्रिएट हो रहा है कि चलिए उतने ख़राब हालात हैं कि हम इस तरह से हम ग्राउंड पे कर रहे हैं। ये एक इंपॉर्टेंट ऑब्जर्वेशन इस वास्ते है क्योंकि यूजुअली ਤਾਂ ਕੋਈ ਅਜਿਹੀ ਸਥਿਤੀ ਹੋਣੀ ਚਾਹੀਦੀ ਹੈ ਜਿੱਥੇ ਕਿ ਕੋਈ ਬੰਦਾ ਕਿਤੇ ਲੁਕਿਆ ਹੋਇਆ, ਤੁਸੀਂ ਪੂਰਾ ਦਾ ਪੂਰਾ ਪਿੰਡ ਨੂੰ ਆਪਰੇਸ਼ਨ ਨੂੰ ਘੇਰ ਲਓ ਐਂਡ ਦੈਨ ਯੂ ਡੂ ਯੋਰ ਕੌਮਿੰਗ ਆਪਰੇਸ਼ਨ। ਤਾਂ ਪੰਜਾਬ ਦੇ ਵਿੱਚ 80s ਲੇਟ 80s अर्ਲੀ 90s ਦਾ ਫਿਨੋਮੀਨਨ ਸੀ ਜਦੋਂ ਕਿ ਤੁਸੀਂ ਖਾੜਕੂਵਾਦ ਜਾਂ ਅੱਤਵਾਦ ਦੇ ਖਿਲਾਫ ਲੜਾਈ ਲੜਦੇ ਸੀ ਐਂਡ ਦੈਨ ਇਟ ਵਾਸ ਅ ਵੈਰੀ ਇਫੈਕਟਿਵ ਬੈਟਲ। ਤੇ ਉਹਦੇ ਵਿੱਚ ਸਾਰੇ ਦੇ ਸਾਰੇ ਸਟੈਂਡਰਡ ਟੈਕਟਿਕਸ ਵਰਤੇ ਜਾਂਦੇ ਸੀ, ਬਟ ਦੈਨ देयर वाज अ ਰੀਜ਼ਨ ਫॉर दैट। ਗਰਾਊਂਡ ਦੇ ਉੱਤੇ ਉਹ ਚੀਜ਼ਾਂ ਹੋ ਰਹੀਆਂ ਸੀ। ਹੁਣ ਤੁਸੀਂ ਕਹਿ ਸਕਦੇ ਹੋ ਤਾਂ ਅੱਜ ਵੀ ਰਹੀਆਂ ਨੇ, ਨਸ਼ਾ ਵੀ ਵਿਕ ਰਿਹਾ ਹੈ, ਆਰਗੇਨਾਈਜ਼ਡ ਕ੍ਰਾਈਮ ਹੈ, ਸੋ ਫਿਰ ਇਹ ਵੀ ਚੀਜ਼ਾਂ ਹੋ ਰਹੀਆਂ ਨੇ, ਬਟ ਵੇਅਰ ਆਰ ਦ ਰਿਜ਼ਲਟਸ? ਅਗੇਨ ਆਪਾਂ ਬਾਰ-ਬਾਰ ਉਹੀ ਪੁੱਛਦੇ ਵੀ ਨਤੀਜੇ ਦੱਸੋ ਕਿੱਥੇ, ਤੁਸੀਂ ਰਿਕਵਰੀਜ਼ ਜੀ ਦੱਸ ਦਿਓ ਨਤੀਜੇ। ਐਂਡ ਵਾਟ ਇਜ਼, ਇਹ ਨਹੀਂ ਹੁੰਦਾ ਦੇਖੋ ਆਪਾਂ ਕਹੀਏ ਵੀ ਮੈਂ ਪੂਰੇ ਸ਼ਹਿਰ ਤੇ ਛਾਪਾ ਮਾਰਦਾ, ਮੈਂ ਪੂਰੀ ਆਪਣੀ ਪੁਲਿਸ ਰੇਂਜ ਜਾਂ ਸਾਰੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੇਰੇ ਸਾਰੇ ਅਫਸਰ ਉਤਰੇ ਆਣ। ਨੋ, ਆਈ ਥਿੰਕ ਛਾਪੇ ਤਾਂ 4-5 ਥਾਂ ਤੇ ਵੱਜੇ ਇੰਪੋਰਟੈਂਟ ਨੇ। ਇਟ ਇਜ਼ ਮੋਰ ਆਫ ਯੋਰ ਇੰਟੈਲੀਜੈਂਸ, ਇਟ ਇਜ਼ ਮੋਰ ਆਫ ਯੋਰ ਇੰਟੈਲ। ਤੁਸੀਂ ਜੇ ਸਹੀ ਇਨਫੋਰਮੇਸ਼ਨ ਦੇ ਬੇਸ ਉੱਤੇ ਸਹੀ ਲੋਕੇਸ਼ਨ ਤੇ ਛਾਪੇ ਮਾਰੋਗੇ ਤਾਂ ਤੁਸੀਂ ਰਿਕਵਰੀ। ਹੁਣ ਤੁਸੀਂ ਮਤਲਬ ਬਹੁਤ ਸੀ ਏਜੰਸੀਆਂ ਨੇ ਇੰਕਲੂਡਿੰਗ ਪੰਜਾਬ ਪੁਲਿਸ
ਕਿੰਨੇ ਕੁ ਛਾਪੇ ਮਾਰਦੇ ਨੇ ਪੰਜਾਬ ਪੁਲਿਸ ਦੇ ਨਾਰਕੋਟਿਕ ਜਿਹੜੇ ਵਿੰਗ ਹੈਗੇ ਨੇ, ਐਨਸੀਬੀ ਹੈਗਾ, ਉਹ ਐਨਸੀਬੀ ਹੈ, ਸੀਬੀਆਈ ਹੈ, ਐਨਆਈਏ ਹੈਗੇ ਨੇ। ਹੁਣ ਉਹ ਜਦੋਂ ਛਾਪੇ ਮਾਰਦੇ ਨੇ, ਹਾਲਾਂਕਿ ਐਨਆਈ ਨੂੰ ਮੈਂ ਥੋੜਾ ਐਕਸਕਲੂਡ ਕਰਾਂਗਾ ਇੱਥੇ, ਜਦੋਂ ਕਿ ਛਾਪੇ ਮਾਰਦੇ ਨੇ ਤੇ ਉਹ ਬੜੇ ਪ੍ਰੈਸੀਸ਼ਨ ਵਾਲੇ ਛਾਪੇ ਹੁੰਦੇ ਨੇ, ਐਂਡ ਦੈਨ देयर इज अ ਰਿਜ਼ਲਟ ਐਂਡ देयर इज अ ਰਿਕਵਰੀ। ਤੁਸੀਂ ਛਾਪਾ ਮਾਰਿਆ ਤੇ ਜੇ ਤੁਸੀਂ 50 60 70 80 ਕਿਲੋ 100 ਕਿਲੋ ਕੋਈ ਨਸ਼ਾ ਬਰਾਮਦ ਕਰ ਲਿਆ, ਦੈਟ ਇਜ਼ ਵਾਟ ਯੂ ਕਾਲ ਐਨ ਇਫੈਕਟਿਵ ਦਬਿਸ਼ ਕਹਿ ਲਓ ਜਾਂ ਕੋਡਨ ਐਂਡ ਸਰਚ। ਤੁਸੀਂ ਇਹ ਥੋੜਾ ਨਾ ਵੀ 128 ਗ੍ਰਾਮ ਤੁਸੀਂ ਹੈਰੋਇਨ ਬਰਾਮਦ ਕੀਤੀ ਹੈ, 2 ਜ਼ਿਲ੍ਹੇ ਤੁਸੀਂ ਛਾਨ ਮਾਰੇ ਤੇ ਉਹ ਬਾਰ-ਬਾਰ ਫਿਰ ਲੋਕ ਪੁੱਛਦੇ ਨੇ ਸਾਨੂੰ ਕੀ ਪਤਾ ਵੀ ਤੁਸੀਂ ਜਦ ਜੇ ਜ਼ਿਲ੍ਹਿਆਂ 'ਚ ਰੌਲਾ ਪਾ ਕੇ ਪੁਲਿਸ ਨੇ ਜਾਣਾ ਹੈ ਤਾਂ ਫਿਰ ਕਿਹੜੇ ਤਸਕਰ ਨੇ ਲੱਭਣਾ ਤੇ ਕਿਹੜੀ ਰਿਕਵਰੀਆਂ ਹੋਣੀਆਂ ਨੇ। ਤਾਂ 128 ਗ੍ਰਾਮ ਹੈਰੋਇਨ ਮਿਲ ਰਹੀ ਹੈ। ਸੋ ਉਸ ਤੋਂ ਜ਼ਿਆਦਾ ਜਿਹੜੀ ਐਫੀਕੇਸੀ ਤਾਂ ਉਹ ਛਾਪਿਆਂ ਦੀ ਹੈ ਜੋ ਕਿ ਪੰਜਾਬ ਪੁਲਿਸ ਦਾ ਨਾਰਕੋਟਿਕ ਸੈੱਲ ਵੀ ਪਾ ਰਿਹਾ ਹੈ, ਸਪੈਸ਼ਲ ਟਾਸਕ ਫੋਰਸ ਵੀ ਬਣੀ ਹੋਈ ਹੈ, ਹੋਰ ਜਿਹੜੇ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹ ਲੋਕ ਕਰਦੇ ਨੇ, ਕੰਮ ਹੋ ਰਿਹਾ ਹੈ। ਸੋ ਲੇਕਿਨ ਉਹਦੇ ਲਈ ਐਡੀ ਵੱਡੀ ਦਿਖਾਵੀ, ਐਡੀ ਵੱਡੀ ਮੋਬਿਲਾਈਜੇਸ਼ਨ ਦੀ ਲੋੜ ਨਹੀਂ। ਵੈਨ ਯੂ ਆਰ ਇਫੈਕਟਿਵ ਤਾਂ ਤੁਹਾਡੇ 4 ਬੰਦਿਆਂ ਨੇ ਸਿਵਲ ਵਰਦੀਆਂ ਜਾ ਕੇ ਨਸ਼ੇ ਦੇ ਤਸਕਰ ਚੱਕ ਲੈਣੇ ਆ। ਦੈਟ ਇਜ਼ ਵਾਟ ਪੁਲਿਸਿੰਗ ਇਜ਼ ਆਲ ਅਬਾਊਟ। ਤੋ ਉਹ ਨਹੀਂ ਹੋ ਰਿਹਾ, ਬਟ ਇਟ इज मोर ऑफ व्हाट वी cater to the I mean more into optics। तो आपकी इसी बात से मेरे जहन में एक और सवाल आया है कि आजकल सोशल मीडिया का दौर है, हर चीज़ इंस्टाग्राम का एक रील या टिकटॉक का एक, हालांकि इंडिया में बैन है टिकटॉक, लेकिन इंस्टाग्राम का रील, फेसबुक का रील, यूट्यूब का रील या एक ट्वीट। हमने देखा है कि मंत्री वगैरह सारे के सारे जो हैं ट्विटर पे ज़्यादा एक्टिव रहते हैं। ये आर्गुमेंट हमेशा से दिया जाता है। तो क्या ये एक इंस्टाग्रामाइजेशन ऑफ पुलिसिंग हो गया है और इस वजह से क्या पुलिसिंग को ट्रिवियलाइज एक कर दिया गया है या खुद ही ने पुलिस ने खुद को ही ट्रिवियलाइज कर दिया है? तो क्या आपको लगता है कि ये भी एक वजह है या उसका एक रिजल्ट है? I don't know whether we can interpret it like this, but ਇਹ ਜੇ effectively ਸ਼ਾਇਦ ਉਹੀ ਹੋ ਰਿਹਾ ਹੋਏਗਾ। I think it is more of trivialization of a very serious function। ਤੁਸੀਂ ਹੁਣ ਹੋਰ ਆਪਾਂ ਹੋਰ ਸਟੇਟਸ ਦੀ ਵਿੱਚ ਦੇਖ ਲਈਏ, ਪ੍ਰੋਬਲਮਸ ਐਸਾ ਨਹੀਂ ਕਿ ਨਸ਼ੇ ਦੀ ਪ੍ਰੋਬਲਮ ਹੋਰ ਥਾਵਾਂ ਤੇ ਨਹੀਂ ਹੈ। ਫॉर योर ਇਨਫੋਰਮੇਸ਼ਨ ਐਂਡ ਫॉर द ਇਨਫੋਰਮੇਸ਼ਨ ਆਫ ਆਰ ਵਿਊਅਰਸ, ਹਰਿਆਣਾ ਦੇ ਵਿੱਚ ਡਰੱਗ ਦੀ ਬਹੁਤ ਵੱਡੀ ਸਮੱਸਿਆ ਉਸੇ ਲੈਵਲ ਤੇ ਆਲਮੋਸਟ ਐਟ ਪਾਰ ਵਿਦ ਪੰਜਾਬ ਆ ਰਹੀ ਹੈ। ਪੰਜਾਬ ਦਾ ਤਾਂ ਨਾਂ ਬਦਨਾਮ ਹੈ, ਬਾਰਡਰ ਸਰਹੱਦੀ ਦਿਸ ਐਂਡ ਦੈਟ ਡਰਾਮਾ ਇੱਥੇ ਜ਼ਿਆਦਾ ਹੋ ਗਿਆ, ਹਾਈ ਪ੍ਰੋਫਾਈਲ ਵੱਡੇ ਪੋਲੀਟੀਕਲ ਲੀਡਰਾਂ ਦੇ ਨਾਂ, ਅਫਸਰਾਂ ਦੇ ਨਾਂ, ਐਂਡ ਆਲ ਦੈਟ ਡਰਾਮਾ ਕ੍ਰੀਏਟਡ। ਹਰਿਆਣਾ ਦੇ ਵਿੱਚ ਜ਼ਮੀਨੀ ਸਤਹੀ ਪੱਧਰ ਉੱਤੇ ਨਸ਼ੇ ਦੇ ਉੱਥੇ ਵੀ ਇੱਕ ਜਿਹੜਾ 6ਵਾਂ ਦਰਿਆ ਕਹਿੰਦੇ ਨਾ ਵਗ ਰਿਹਾ। ਸੇਮ ਗੋਜ਼ ਫॉर ਹਿਮਾਚਲ। ਹਿਮਾਚਲ ਦੇ ਵਿੱਚ ਚਿੱਟਾ ਵੱਧ ਰਿਹਾ। ਅਦਰ ਸਟੇਟਸ ਆਰ ਕਨਸਟੈਂਟਲੀ ਕਮਿੰਗ ਅੰਡਰ ਦ ग्रिप, लेकिन वो सारे स्टेटों के आ कुछ नहीं होता जो साढ़े इतने हो रहा है। क्या एक वजह ये भी है कि क्योंकि पंजाब में एक मिलिटेंसी का दौर था तो इसलिए आसान हो जाता है बाकियों के लिए, क्योंकि ऑलरेडी एक माइंडसेट बना हुआ है एग्जैक्टली, यस यस, है ना, कि बाकी स्टेट्स में नहीं है वो प्रॉब्लम, इसीलिए उसको मतलब फिर एक एक्सक्यूज दिया जाता है, एक्सक्यूज प्लस डरा दिया जाता है। हाँ। एक बेस बन जाता है जी, देखो पंजाब वापस वो फेज ना आ जाए। हाँ। पंजाब बॉर्डर स्टेट है, भी बॉर्डर तो एडा ਵੱਡਾ है। हाँ। जम्मू कश्मीर तो लैके गुजरात तक बॉर्डर ही बॉर्डर हैगा। हाँ। सो जिवें तुसीं जिक्र कीता, सो कल्ले पंजाब दे विच ही जे ऐसा कुछ हो जाएगा तो पंजाब 'ਚ बहुत कुछ हो सकता है। ते अज ਉਹ ਵਾਲਾ ਇਹਨੂੰ ਧਾਰਮਿਕਤਾ ਉਹ ਗੱਲਬਾਤ ਰਹੀ ਨਹੀਂ। ਹੁਣ ਤਾਂ ਤੁਸੀਂ ਨਸ਼ੇ ਦਾ ਨਸ਼ੇੜੀ ਜਿਹੜਾ ਹੈ ਜਾਂ ਨਸ਼ੇ ਦਾ ਵਪਾਰ ਕਰ ਰਿਹਾ ਹੈ, ਉਹ ਹਰ ਧਰਮ ਦਾ ਬੰਦਾ, ਹਰ ਫਿਰਕੇ ਦਾ, ਹਰ ਸਮੁਦਾਇ ਦਾ ਬੰਦਾ, ਹਰ ਜ਼ਾਤ ਦਾ ਬੰਦਾ, ਜੇ ਉਹ ਗਲਤ ਕੰਮ ਦੇ ਵਿੱਚ ਹੈ ਤਾਂ ਪਿਆ ਹੋਇਆ ਹੈ, ਤੇ ਜੇ ਉਹ ਵਿਚਾਰਾ ਸ਼ਿਕਾਰ ਹੈ, ਵਿਕਟਮ ਹੈ, ਤਾਂ ਉਹ ਸ਼ਿਕਾਰ ਹੈ। ਸੋ ਹੁਣ ਉਹ ਗੱਲਾਂ ਤਾਂ ਰਹੀਆਂ ਨਹੀਂ। ਬਟ ਐਟ ਦ ਸੇਮ ਟਾਈਮ ਜਿਵੇਂ ਕਹਿ ਰਹੇ ਵੀ ਹੋਰ ਸਟੇਟਾਂ ਦੇ ਵਿੱਚ ਵੀ ਕੰਮ ਹੋ ਰਿਹਾ ਹੈ, ਲੇਕਿਨ ਇਹ ਜਿਹੜਾ ਥੋੜਾ ਜਿਹਾ ਐਗਰੈਸ਼ਨ ਹੈਗਾ, ਚਲੋ ਮੈਂ ਕਹਿੰਦਾ ਵੀ ਤੁਸੀਂ ਠੀਕ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਆਮ ਆਦਮੀ ਪਾਰਟੀ ਨੂੰ ਇਹ ਗੈਲਰੀਜ਼ ਨੂੰ, ਕੈਮਰਾਜ਼ ਨੂੰ, ਆਪਟਿਕਸ ਤੇ ਪਲੇ ਕਰਨਾ ਆਉਂਦਾ, ਉਹ ਕਰਨ। ਇਹ ਹੋ ਸਕਦਾ ਉਹਨਾਂ ਵੱਲੋਂ ਹਿਦਾਇਤ ਮਿਲੀ ਹੋਵੇ ਪੁਲਿਸ ਨੂੰ ਵੀ ਤੁਸੀਂ ਦਿਖਾਓ, ਅਸੀਂ ਅਖਬਾਰਾਂ ਦੇ ਵਿੱਚ ਸੁਰਖੀਆਂ, ਫੋਟੋਆਂ ਜ਼ਿਆਦਾ ਛਪਾਉਣੀਆਂ ਨੇ, ਸਾਡਾ ਐਂਡ ਰਿਜ਼ਲਟ ਇਜ਼ ਹਾਊ ਵੀ ਕ੍ਰੀਏਟ ਅ ਪਰਸੈਪਸ਼ਨ ਐਂਡ ਦੈਟ ਇਜ਼ ਵਾਟ ਦੇ ਆਰ ਗੁੱਡ ਐਟ ਡੂਇੰਗ। ਉਹ ਕਰਦੇ ਨੇ, ਦੇ ਆਰ ਪਾਸ ਮਾਸਟਰਸ ਇਨਟੂ ਦੈਟ। ਹੋ ਸਕਦਾ ਇਸੇ ਕਾਰਨ ਪੁਲਿਸ ਨੂੰ ਵੀ ਸਭ ਕੁਝ ਕਰਨਾ ਪੈ ਰਿਹਾ, ਬਟ ਆਈ ਥਿੰਕ ਇਹ ਤੁਹਾਡੇ ਪਰਪਸ ਨੂੰ ਕਿਤੇ ਵੀ ਸਰਵ ਨਹੀਂ ਕਰਦਾ। ਇਟ ਰੀਅਲੀ ਡਜ਼ਨਟ ਲੀਡ ਯੂ ਐਨੀਵੇਅਰ। ਤੇ ਤੁਸੀਂ ਦੇਖ ਹੀ ਰਹੇ ਹੋ ਜਿਹੜੇ ਕਰਨ ਵਾਲੇ ਜਿਹੜੇ ਡੂਜ਼ ਹੈਗੇ ਨੇ ਉਹ ਤਾਂ ਤੁਸੀਂ ਕਰ ਨਹੀਂ ਪਾ ਰਹੇ ਹੋ, ਤੇ ਬਾਕੀ ਡੋਂਟਸ ਦਾ ਤਾਂ ਪਤਾ नहीं। मेरा आखिरी सवाल है तेज जी इसी बात पे कि अगर पंजाब में बीजेपी की हुकूमत होती तो क्या आपको लगता है कि ये कैसो वगैरह ये सब चलता तब भी? देखो ਤੁਹਾਡਾ ਬੜਾ ਇੰਪੋਰਟੈਂਟ ਲੇਕਿਨ ਹਾਈਪੋਥੈਟੀਕਲ ਸਵਾਲ ਹੈ, ਤੇ ਉਹਦਾ ਜਵਾਬ ਵੀ ਸ਼ਾਇਦ ਹਾਈਪੋਥੈਟੀਕਲ ਹੀ ਹੋਏਗਾ। ਬਿਲਕੁਲ। ਲੇਕਿਨ ਮੈਨੂੰ ਲੱਗਦਾ ਕਿ ਤੁਸੀਂ ਇੱਕ ਚੀਜ਼ ਨੂੰ ਸਮਝੋ ਕਿ ਸਟੇਟ ਗਵਰਨਮੈਂਟ ਕੋਈ ਵੀ ਹੋਵੇ, ਜੇ ਉਹ ਓਨੈਸਟਲੀ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਏ ਤਾਂ ਰਿਜ਼ਲਟਸ ਆਪਣੇ ਆਪ ਆ ਜਾਣਗੇ। ਹੁਣ ਇਹੀ ਟਵਿੱਟਰ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਯੂਪੀ ਪੁਲਿਸ ਇਜ਼ ਹਾਈਪਰ ਐਕਟਿਵ, ਤੇ ਪੰਜਾਬ ਦਾ ਤਾਂ ਮਾਡਲ ਘੱਟੋ ਘੱਟ 5 ਸਾਲ ਬਾਅਦ ਆਇਆ ਹੈ। ਯੂਪੀ ਪੁਲਿਸ ਨੇ ਤਾਂ ਆਪਣੇ ਸਾਰੇ ਜ਼ਿਲ੍ਹਿਆਂ ਦੇ ਹੈਂਡਲ, ਆਈ ਥਿੰਕ ਐਵਰ ਸਿੰਸ ਯੋਗੀ ਆਦਿੱਤਿਆਨਾਥ, ਔਰ ਈਵਨ ਉਸ ਤੋਂ ਪਹਿਲਾਂ ਵੀ ਸ਼ਾਇਦ
ਉਹਨਾਂ ਨੇ ਬਹੁਤ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਐਕਟਿਵ ਕਰ ਲਿਆ ਸੀ। ਉਹਨਾਂ ਦੇ ਵਿੱਚ ਵੀ ਚੀਜ਼ਾਂ ਦਾ ਇਨਫੋਰਮੇਸ਼ਨ ਦਾ ਫਲੋ ਹੈ ਉੱਥੇ। ਇਟਸ ਨਾਟ ਮੋਰ ਅਬਾਊਟ ਐਗਜ਼ੀਬਿਸ਼ਨ ਬਟ ਇਨਫੋਰਮੇਸ਼ਨ ਦਾ ਫਲੋ ਵੀ ਹੈ। ਅਸੀਂ ਇੱਥੇ ਫੜ ਲਿਆ, ਗੈਂਗ ਫੜ ਲਿਆ, ਮੁੰਡੇ ਫੜ ਲਿਆ, ਸਭ ਕੁਝ ਦਿਖਾਉਂਦੇ ਨੇ। ਲੇਕਿਨ ਜਿਹੜੀ ਤੁਸੀਂ ਗੱਲ ਬੀਜੇਪੀ ਵਾਲੀ ਕੀਤੀ ਹੈ ਨਾ, ਦੇਖੋ ਹਾਲਾਂਕਿ ਇਸ ਵਕਤ ਤਾਂ ਮੈਂ ਨਹੀਂ ਕਹਿ ਸਕਦਾ ਕਿ ਬੀਜੇਪੀ ਇਫੈਕਟਿਵ ਹੋਏ ਨਹੀਂ ਹੋਏਗੀ, ਲੇਕਿਨ ਜੇ ਇਸੀ ਮਾਨਸਿਕਤਾ ਦੇ ਨਾਲ ਕੰਮ ਕਰਨਗੇ ਮੈਨੂੰ ਲੱਗਦਾ ਨਹੀਂ। ਤੇ ਜਿਹੜੀ ਵੀ ਚੰਗੀ ਪ੍ਰਸ਼ਾਸਨ ਹੈ ਨਾ, ਸੁਸ਼ਾਸਨ ਜਿਹਨੂੰ ਕਹਾਂਗੇ, ਦ ਗਵਰਨਮੈਂਟ ਵਿਚ ਇਜ਼ ਇਫੈਕਟਿਵ, ਉਹਨੂੰ ਪਤਾ ਵੀ ਇਹ ਸਾਰੀਆਂ ਚੀਜ਼ਾਂ ਕਾਸਮੈਟਿਕ ਗੱਲਾਂ ਬਾਤਾਂ ਨੇ। ਇਹਨਾਂ ਦੇ ਨਾਲ ਯੂ ਆਰ ਨਾਟ ਈਵਨ ਨੀਅਰ ਯੋਰ ਰਿਜ਼ਲਟਸ। ਜੋ ਕੁਝ ਹੁੰਦਾ ਪਿਆ ਪੰਜਾਬ ਦੇ ਵਿੱਚ, ਇਹ ਨੇੜੇ ਤੇੜੇ ਵੀ ਨਹੀਂ ਹੈਗੇ ਨੇ ਆਪਣੇ ਰਿਜ਼ਲਟਸ ਤੇ। ਤੁਸੀਂ ਸੋਲਿਊਸ਼ਨ ਦੀ ਤਾਂ ਗੱਲਾਂ ਬਾਅਦ ਚ ਸੋਚ ਲਿਓ। ਸੋ ਜਾਣਾ ਨਹੀਂ ਕਿਸੇ ਪਾਸੇ। ਆਪਾਂ ਬੜੇ ਵੱਡੇ ਫੰਡਾਮੈਂਟਲ ਇਸ਼ੂਜ਼ ਦੀ ਗੱਲ ਕੀਤੀ ਹੈ, ਅੱਜ ਬਰਨਿੰਗ ਇਸ਼ੂਜ਼ ਉੱਥੇ ਦੇ ਉੱਥੇ ਹੀ ਖੜੇ ਨੇ। ਇਹ ਤਾਂ ਠੀਕ ਹੈ, ਮੈਂ ਕਿਹਾ ਵੀ ਅਖਬਾਰਾਂ ਤੁਸੀਂ ਭਰਨੀਆਂ ਨੇ ਤਾਂ ਤੁਸੀਂ ਅਖਬਾਰਾਂ ਲਈ ਇਹ ਪੂਰਾ ਦਾ ਪੂਰਾ ਮਸਾਲਾ ਯੂਜ਼ ਕਰੋਗੇ। ਪਿੱਛੇ ਅੰਮ੍ਰਿਤਸਰ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਇੱਕ ਰੀਜਨਲ ਸੈਂਟਰ ਖੁੱਲਿਆ ਉੱਥੇ। ਦੇਖੋ ਪੰਜਾਬ ਦੇ ਵਿੱਚ ਪਿਛਲੇ 12-15 ਸਾਲਾਂ ਤੋਂ ਸਿਰਫ ਨਸ਼ਾ 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 ਉੜਤਾ ਪੰਜਾਬ ਬਣਾਤਾ। ਪੂਰੇ ਦੇਸ਼ ਦੇ ਵਿੱਚ, ਦੁਨੀਆ ਦੇ ਵਿੱਚ ਪੰਜਾਬ ਨੂੰ ਬਦਨਾਮ ਕਰਤਾ ਗਿਆ ਜਾਂ ਬਦਨਾਮ ਹੋ ਗਿਆ। ਲੇਕਿਨ ਤੁਹਾਨੂੰ ਫਿਰ ਵੀ ਸੈਂਟਰ ਦੀ ਇੱਕ ਏਜੰਸੀ ਨਾਰਕੋਟਿਕ ਕੰਟਰੋਲ ਬਿਊਰੋ ਦਾ ਦਫ਼ਤਰ ਖੋਲ੍ਹਣਾ ਪਿਆ। ਇਲੈਕਸ਼ਨ ਤੋਂ ਪਹਿਲਾਂ ਅਮਿਤ ਸ਼ਾਹ ਆਏ ਸੀ, ਉਹਨਾਂ ਨੇ ਕਿਹਾ ਸੀ ਅਸੀਂ 2 ਜਾਂ 3 ਸੈਂਟਰ ਖੋਲਾਂਗੇ ਪੰਜਾਬ 'ਚ। ਅੰਮ੍ਰਿਤਸਰ ਉਸ ਨੂੰ ਖੋਲ੍ਹ ਰਹੇ ਨੇ, ਖੁੱਲ੍ਹ ਗਿਆ। ਸੋ ਅੰਮ੍ਰਿਤਸਰ ਦੇ ਵਿੱਚ ਐਨਸੀਬੀ ਦੇ ਆਫਿਸ ਦਾ ਕੀ ਕੰਮ ਹੈ? ਵੈਨ ਯੂ ਹੈਡ ਯੋਰ ਸਪੈਸ਼ਲ ਟਾਸਕ ਫੋਰਸ, ਪੰਜਾਬ ਦੀ ਜਦੋਂ ਡਰੱਗ ਦੀ ਟਾਸਕ ਫੋਰਸ ਹੈ ਤਾਂ ਨਾਰਕੋਟਿਕ ਕੰਟਰੋਲ ਬਿਊਰੋ ਕਿਉਂ ਅੰਮ੍ਰਿਤਸਰ ਆ ਰਿਹਾ ਹੈ? ਵੈਸੇ ਤਾਂ ਬੜਾ ਰੌਲਾ ਪਿਆ ਸੀ ਜਦੋਂ BSF ਦਾ ਉਹਨਾਂ ਨੇ 15 ਕਿਲੋਮੀਟਰ ਦਾ ਆਈ ਥਿੰਕ ਦਾਇਰਾ ਵਧਾਤਾ ਸੀ। ਰੌਲਾ ਪੈ ਗਿਆ ਜੀ ਕਿ BSF ਕਿਉਂ ਆ ਗਈ। ਕਿਉਂਕਿ ਸੈਂਟਰ ਹੁਣ ਆਹਿਸਤਾ ਆਹਿਸਤਾ ਕਿਉਂ ਨਹੀਂ ਆਏਗਾ? ਮੈਂ ਨਹੀਂ ਕਹਿ ਰਿਹਾ ਵੀ ਸੈਂਟਰ ਦੀ ਨੀਅਤ ਸਾਫ਼ ਹੈ, ਸੈਂਟਰ ਦੀ ਨੀਅਤ ਵੀ ਮਾੜੀ ਹੋ ਸਕਦੀ ਹੈ, ਲੇਕਿਨ ਉਹਨੂੰ ਦਿਸਦਾ ਪਿਆ ਕਿ ਪੰਜਾਬ ਦੇ ਵਿੱਚ ਤੁਸੀਂ ਇਨਇਫੈਕਟਿਵ ਹੋ, ਤੁਸੀਂ ਉਹ ਚੀਜ਼ਾਂ ਨਹੀਂ ਕਰ ਪਾ ਰਹੇ ਹੋ ਜੋ ਕਿ ਤੁਹਾਨੂੰ ਕਰਨੀਆਂ ਚਾਹੀਦੀਆਂ। ਤੁਹਾਡੀ ਪੁਲਿਸ ਇਫੈਕਟਿਵ ਨਹੀਂ ਹੈ। ਲੈਟ ਅਸ ਐਕਨੋਲੇਜ ਇਟ। ਜੇ ਪੰਜਾਬ ਪੁਲਿਸ ਇਫੈਕਟਿਵ ਹੁੰਦੀ ਹੈ, ਜਿਹੜੀ ਡਰੱਗ ਟਾਸਕ ਫੋਰਸ ਕੈਪਟਨ ਅਮਰਿੰਦਰ ਸਿੰਘ ਨੇ 17 ਦੇ ਵਿੱਚ ਬਣਾਤੀ ਸੀ, ਸੋ 6 ਸਾਲ ਹੋ ਚੁੱਕੇ ਨੇ। 6 ਸਾਲ ਦੇ ਵਿੱਚ ਵਾਟ ਆਰ ਦਾ ਰਿਜ਼ਲਟਸ? ਤੇ ਉਸ ਤੋਂ ਬਾਅਦ ਸਾਨੂੰ ਇੱਕ ਨਾਰਕੋਟਿਕ ਕੰਟਰੋਲ ਬਿਊਰੋ ਦਾ ਜੇ ਇੱਕ ਸਟੇਸ਼ਨ ਖੁੱਲਿਆ, ਇੱਕ ਹੋਰ ਮੈਨੂੰ ਲੱਗਦਾ ਲੁਧਿਆਣਾ ਹੈ, ਕਿਸੇ ਹੋਰ ਜ਼ਿਲ੍ਹੇ 'ਚ ਖੁੱਲ੍ਹੇਗਾ। ਸੋ ਸਾਨੂੰ ਅਜੇ ਵੀ NCB ਦੀ ਲੋੜ ਹੈ। ਸਿਰਫ ਪੰਜਾਬ ਨੀਡਸ NCB। ਫਿਰ ਕੁਐਸਚਨ ਉਹੀ ਆ ਜਾਂਦਾ ਕਿ ਵਾਈ ਡਜ਼ਨਟ ਪੰਜਾਬ ਨੀਡ ਅ ਗਵਰਨਮੈਂਟ ਵਿਚ ਇਜ਼ ਔਰ ਏਜੰਸੀ ਵਿਚ ਇਜ਼ ਮੋਰ ਇਫੈਕਟਿਵ? ਕੁਝ ਲੋਕ ਇਹਦਾ ਲੌਜਿਕ ਦੇ ਸਕਦੇ ਨੇ ਜੀ ਕਿ NCB ਕੋਲ ਤਾਕਤਾਂ ਹੈਗੀਆਂ ਨੇ, ਉਹ ਸਟੈਚੂਟਰੀ ਕਿਉਂਕਿ ਬੋਡੀ ਹੈਗੀ ਹੈ, ਉਹਨਾਂ ਕੋਲ ਉਹਨਾਂ ਦੇ ਆਫਿਸਰਸ ਕੋਲ ਜ਼ਿਆਦਾ ਪਾਵਰਸ ਨੇ, ਸੀਜ਼ਰਸ ਦੀ ਪਾਵਰਸ ਹੈਗੀਆਂ ਨੇ, ਇੰਟਰੋਗੇਸ਼ਨ ਦੀ ਪਾਵਰਸ ਹੈਗੀਆਂ ਨੇ, ਉਹਨਾਂ ਦੇ ਸਿਸਟਮਸ ਜ਼ਿਆਦਾ ਇਫੈਕਟਿਵ ਹੈਗੇ ਨੇ। ਦੈਟ ਇਜ਼ ਵਨ ਰੀਜ਼ਨ ਵਾਈ ਦੇ ਮਾਈਟ ਜਸਟੀਫਾਈ ਇਟ। ਬਟ ਅਜਿਹਾ ਨਹੀਂ ਕਿ ਤੁਹਾਡੇ ਕੋਲ ਤਾਕਤਾਂ ਘੱਟ ਸੀ, ਤੁਸੀਂ ਤਾਂ ਵਰਤ ਹੀ ਨਹੀਂ ਰਹੇ ਹੋ। ਤੁਸੀਂ ਤਾਂ ਆਪਣੇ ਅਪਾਇੰਟਮੈਂਟਸ ਨਹੀਂ ਕਰ ਪਾ ਰਹੇ ਹੋ, ਤੇ ਤੁਸੀਂ ਤਾਕਤਾਂ ਦੀ ਤਾਂ ਕੀ ਵਰਤੋਂ ਕਰਨੀ? ਤੇ ਜਿੱਥੇ ਤਾਕਤਾਂ ਵਰਤੀਆਂ ਜਾਣੀਆਂ ਹੁੰਦੀਆਂ ਉੱਥੇ ਤੁਸੀਂ ਹਰ ਤਾਕਤ ਵਰਤਦੇ ਹੋ। ਤੁਸੀਂ ਇੱਕ ਟਵਿੱਟਰ ਨੂੰ ਬਲੌਕ ਕਰਨ ਤੋਂ ਲੈ ਕੇ YouTube ਚੈਨਲ ਨੂੰ ਬਲੌਕ ਕਰਨ ਤੋਂ ਲੈ ਕੇ ਹਰ ਕੁਝ ਵਰਤਦੇ ਹੋ। ਤਾਕਤਾਂ ਤੁਹਾਡੇ ਕੋਲ ਵੀ ਅਸੀਮਿਤ ਹੈਗੀਆਂ ਨੇ, ਲੇਕਿਨ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ। ਬਹੁਤ ਸੇ ਅਜਿਹੇ ਅਫਸਰ ਜਿਹੜੇ ਮੈਂ ਤਸਵੀਰਾਂ ਦੇ ਵਿੱਚ ਵੀ ਦੇਖ ਰਿਹਾ, ਬੜੇ ਕੰਪੀਟੈਂਟ ਪੰਜਾਬ ਪੁਲਿਸ ਦੇ ਜ਼ਿਲ੍ਹਿਆਂ ਦੇ ਵਿੱਚ ਅਫਸਰ ਹੈਗੇ ਨੇ, ਤੈਨਾਤ ਹੈਗੇ ਨੇ, ਅਧਿਕਾਰੀ ਬਹੁਤ ਕੰਮ ਕਰਨਾ ਚਾਹੁੰਦੇ ਨੇ। ਬਟ ਆਈ ਥਿੰਕ ਇਟ ਇਜ਼ ਅ ਲੈਕ ਆਫ ਡਾਇਰੈਕਸ਼ਨ, ਇਟਸ ਅ ਲੈਕ ਆਫ ਵਿਜ਼ਨ, ਇਟਸ ਅ ਲੈਕ ਆਫ ਕਮਿਟਮੈਂਟ ਐਟ ਦ ਟੌਪ ਲੈਵਲ। ਕੋਈ ਨਾ ਕੋਈ ਚੀਜ਼ ਹੈ ਜੋ ਕਿ ਅਫਸਰਾਂ ਨੂੰ ਰੋਕਦੀ ਪਈ ਹੈ, ਉਹਨਾਂ ਦਾ ਕੌਨਫੀਡੈਂਸ ਨਹੀਂ ਹੈ। ਤੇ ਸਰਕਾਰਾਂ ਅਨਫੋਰਚੂਨੇਟਲੀ ਭਗਵੰਤ ਮਾਨ ਐਜ਼ ਅ ਲੀਡਰ ਇਜ਼ ਨਾਟ ਏਬਲ ਟੂ ਗਾਈਡ ਦੈਮ ਥਰੂ, ਜਾਂ ਇੰਨਾ ਭਰੋਸਾ ਨਹੀਂ ਹੈ। ਇੱਥੇ ਤਾਂ ਜਿਵੇਂ ਹੁੰਦਾ ਨਾ ਸਾਡੀ ਬਿਊਰੋਕ੍ਰੇਸੀ ਦੇ ਅਫਸਰਸ਼ਾਹੀ ਦੇ ਵਿੱਚ ਤਾਂ ਕਈ ਵਾਰ ਇਹੀ ਹੁੰਦਾ ਵੀ ਪਤਾ ਨਹੀਂ ਇਹਨੇ ਕਿੰਨੀ ਸਰਕਾਰ ਰੈਡੀ ਨਹੀਂ ਰੈਡੀ। ਜਿਵੇਂ ਆਪਾਂ ਲੇਮੈਨ ਟਰਮਸ ਆਪਾਂ ਗੱਲ ਕਰ ਲਈਏ ਬੈਠ ਕੇ ਇੱਥੇ ਸਟੂਡੀਓ 'ਚ, ਤੇ ਇਹੀ ਚੀਜ਼ ਲੋਕਾਂ ਦੇ ਅਫਸਰਾਂ ਦੇ ਮਨਾਂ ਦੇ ਵਿੱਚ ਵੀ ਹੁੰਦੀ ਹੈ, ਪਤਾ ਨਹੀਂ ਰਹਿਣਾ ਨਹੀਂ ਰਹਿਣਾ। ਤੇ ਆਪਾਂ ਵੀ ਖਾਮਖਾ ਆਪਾਂ ਅਗਲੇ ਬਾਰੇ ਸੋਚੋ, who will be the next? Let's be in the good books of those future leaders. हाँ, आप जैसे लोगों के लिए भी इतना मतलब भारी तादाद में उनको सपोर्ट किया आम आदमी पार्टी गवर्नमेंट को, तो अगर उसका नतीजा फिर बदले में उनको ये रेड्स ही मिले हैं लोगों को, और ऐसे कोई बड़े प्लेयर्स पे तो हाथ नहीं डाला है ना, वो तो छोटे छोटे लोगों पे घरों पे ही वो रेड मारा है। तो इसका नतीजा शायद आने वाले दिनों में बहुत लोग पीपल विल आस्क दिस क्वेश्चन कि ਤੁਸੀਂ ਕਿੰਨੇ ਕੁ ਵੱਡੇ ਲੋਕ ਫੜ ਲਏ, ਕਿੰਨੇ ਕੁ ਇਫੈਕਟਿਵ ਸੀ ਤੁਹਾਡੀ ਪੂਰੀ ਦੀ ਪੂਰੀ ਕੈਂਪੇਨ। ਪੰਜਾਬ 'ਚ ਇੱਕ ਵਰਡ ਸ਼ਬਦ ਵਰਤਿਆ ਜਾਂਦਾ ਵੀ ਵੱਡੇ ਮਗਰਮੱਛ ਕਿੰਨੇ ਫੜੇ। ਛੋਟੇ ਪੈਡਲਰ ਤਾਂ ਕਿਸ ਨੂੰ ਵੀ ਫੜ ਲਓ ਤੁਸੀਂ, ਜੇਲ੍ਹਾਂ ਦੇ ਵਿੱਚ ਡੱਕ ਦਿਓ, ਐਡਿਕਟਸ ਨੂੰ ਚੱਕੋ, ਸੜਕਾਂ ਦੇ ਉੱਤੇ ਉਹ ਲੱਗੇ ਹੋਏ ਨੇ ਟੀਕੇ ਲਾਣ। ਤੇ ਇਹ ਕੋਈ ਬ੍ਰਿਟਿਸ਼ ਕੋਲੰਬੀਆ ਥੋੜਾ ਨਾ ਜਿੱਥੇ ਕਿ ਟੀਕਾ ਲਾਣਾ ਜਾਂ 2.5 ਗ੍ਰਾਮ ਆਪਾਂ ਇੱਥੇ ਬੈਠੇ BC ਦੇ ਵਿੱਚ, ਦੈਨ ਵੀ ਨੋ ਦੈਟ ਇਟ ਇਜ਼ ਨਾਟ ਇਟ ਇਜ਼ ਡੀਕ੍ਰਿਮੀਨਲਾਈਜ਼ਡ। ਤੇ ਲੇਕਿਨ ਪੰਜਾਬ ਦੇ ਵਿੱਚ ਤਾਂ ਤੁਸੀਂ ਚੱਕ ਕੇ ਨਾਲ ਦੇ ਨਾਲ ਉਹਨੂੰ ਪਾ ਦਿੰਦੇ ਹੋ ਜੇਲ੍ਹ ਦੇ ਵਿੱਚ, ਤੇ ਐਂਡ ਦ ਪ੍ਰੋਬਲਮ ਇਜ਼ ਮਲਟੀਫੋਲਡ। ਉੱਥੇ ਜੇਲ੍ਹ ਦੇ ਵਿੱਚ ਜਾ ਕੇ ਹੋਰ ਉਸ ਐਡਿਕਟ ਦੀ ਪ੍ਰੋਬਲਮ ਵੱਧ ਜਾਂਦੀ ਹੈ। ਸੋ That is the state of affairs. चलिए, आने वाले दिनों में हम देखेंगे पुलिस और कहाँ कहाँ कैसे ऑपरेशंस करती भी या नहीं, और क्या नहीं, without sending any wrong message, I think the operations are well meaning, well intentioned, but ਜੇ ਇਹਨਾਂ ਦਾ ਪਰਪਸ ਸਿਰਫ ਦਿਖਾਵੇਬਾਜ਼ੀ ਕਰਨਾ ਹੈ ਤਾਂ ਮੈਨੂੰ ਲੱਗਦਾ ਕਿ then we are in a very wrong direction. And secondly, ਇਹਦੇ ਨਾਲ ਜਿਹੜਾ ਸਟਿਗਮਾ ਇਨਵੋਲਵਡ ਹੈ, ਬਿਲਕੁਲ ਲੋਕਾਂ ਨੇ ਘਰਾਂ ਦੇ ਵਿੱਚ ਜਾਣਾ, ਆਪਾਂ ਇੱਕ ਜਨਰਲ ਪਬਲਿਕ ਨੂੰ ਇਸ ਪ੍ਰਜ਼ੰਪਸ਼ਨ ਤੇ ਕੰਮ ਨਹੀਂ ਕਰ ਸਕਦੇ ਕਿ ਸਾਰੇ ਦੇ ਸਾਰੇ ਸਮਗਲਰ ਨੇ, ਜਾਂ ਸਾਹਮਣੇ ਆਪਣੇ ਘਰਾਂ ਦੇ ਸਮਗਲਰ ਨੂੰ ਪਨਾਹ ਦਿੱਤੀ ਹੋਈ ਹੈ। ਇਹ ਵੀ ਇੱਕ ਬਹੁਤ ਵੱਡਾ
इट्स अबाउट डिग्निटी एंड रिस्पेक्ट हाँ आल्सो। बिल्कुल, लोगों के घरों में अगर पुलिस दाखिल हो रही है, पूरी बिरादरी में नाक कट जाएगी, ऐसी बात भी होती है नहीं, मतलब ऐसी बातें होती हैं। बस सारी बिरादरियां जी बढ़ गई ਤਾਂ ਉਹ ਮਸਲਾ ਖਤਮ ਹੋ ਜਾਂਦਾ ਉੱਥੇ। तो पूरे ਬਟ ਨੈਵਰਦਲੈਸ ਇਟ ਨੀਡਸ ਟੂ ਬੀ ਥੌਟ ਆਊਟ, ਯੂ ਨੋ। ਆਪਾਂ ਐਵੇਂ ਨਹੀਂ, ਆਪਾਂ ਲੈਟਸ ਨਾਟ ਮਤਲਬ ਕਹਿੰਦਾ ਵੀ ਹਰ ਬੰਦੇ ਨੂੰ ਇੱਕ ਹੀ ਸਾਂਚੇ 'ਚ ਨਹੀਂ ਪਾ ਕੇ ਦੇਖਿਆ, ਹੱਥ 'ਚ ਪਾ ਕੇ ਦੇਖਿਆ ਜਾ ਸਕਦਾ। चलिए आगे आगे देखिए क्या क्या होता है, इस बारे में शायद आगे फिर से बात करना पड़ जाए हम लोगों को, लेकिन आज इस चर्चा में जुड़ने के लिए आपका बहुत बहुत शुक्रिया। धन्यवाद जी, थैंक यू जी। और आप सबका भी बहुत शुक्रिया इस बहुत ही अहम टॉपिक पे हमारे साथ जुड़ने के लिए।